Very special guest, very intellectual, Mrs. Jatinder Kaur Dhanjal. ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਮਸਪਾਲ ਜਾਲੀ ਹਮੇਸ਼ਾ ਦੀ ਤਰ੍ਹਾਂ ਤੁਹਾਡਾ ਸਵਾਗਤ ਕਰਦਾ ਲੇਟ ਸ਼ੋ। ਅਗਰ ਤੁਸੀਂ ਯੂਕੇ ਦੇ ਕਿਸੇ ਵੀ ਦੁਨੀਆ ਕੋਨੇ 'ਚ ਦੇਖਦੇ ਪਏ ਹੋ, ਬੜੇ ਨਿੱਘੇ ਦਿਲ ਦੇ ਨਾਲ ਤੁਹਾਡਾ ਸਵਾਗਤ ਕਰਦੇ ਹਾਂ। ਜਿੱਦਾਂ ਤੁਸੀਂ ਇੰਤਜ਼ਾਰ ਕਰਦੇ ਹੋ, ਮੈਂ ਵੀ ਇੱਦਾਂ ਵੇਟ ਕਰ ਦਿੰਦਾ। ਓਨੈਸਟਲੀ ਮੈਂ ਐਵਰੀ ਸ਼ੋਅ 'ਚ ਕਹਿੰਦਾ ਹੁੰਦਾ ਕਿ ਮੈਨੂੰ ਗੈਸਟ ਲੱਭਣੇ ਬੜੇ ਮੁਸ਼ਕਿਲ ਹੁੰਦੇ ਨੇ, ਸਪੈਸ਼ਲੀ ਇੰਟਲੈਕਚੁਅਲ ਗੈਸਟ। ਕੋਈ ਪਰਟੀਕੁਲਰ ਸਬਜੈਕਟ 'ਤੇ ਟਾਕ ਕਰਨਾ, ਦੇ ਆਰ ਨੋਟ ਪੀਪਲ ਆਈ ਕੈਨ ਈਜ਼ਲੀ ਫਾਈਂਡ। ਕਈ ਬੜੇ ਦੂਰ ਰਹਿੰਦੇ ਨੇ, ਮਜਬੂਰੀਆਂ ਹੁੰਦੀਆਂ, ਸਪੈਸ਼ਲੀ ਬੀਇੰਗ ਇਨ ਦ ਸਿਟੀ ਲਾਈਕ ਲੰਡਨ। ਬਹੁਤ ਡਿਫੀਕਲਟ ਕੰਮ ਹੁੰਦਾ। ਅਤੇ ਚਲੋ ਫਿਰ ਵੀ ਆਪਣੀ ਕੰਟੈਕਟ ਹੋਣ ਕਰਕੇ ਅਕਾਲ ਚੈਨਲ ਨੂੰ ਬਹੁਤ ਦੁਨੀਆ ਦੇਖਦੀ ਹੈ ਅਤੇ ਅਸੀਂ ਕਾਫੀ ਲੋਕ ਇੱਦਾਂ ਲੈ ਆਉਂਦੇ ਹਾਂ। ਮੈਂ ਲਾਸਟ ਟਾਈਮ ਵੀ ਕਿਹਾ ਸੀਗਾ, ਪਲੀਜ਼ ਤੁਹਾਡੇ ਪਾਸ ਕੋਈ ਵੀ ਬੰਦਾ ਹੈਗਾ ਕਿਸੇ ਤਰ੍ਹਾਂ ਦਾ, ਤੁਸੀਂ ਟਾਕ ਕਰਨਾ, ਕੋਈ ਇੰਸਪਾਇਰ ਕਰਨਾ, ਤੁਸੀਂ ਕੁਛ ਪ੍ਰੋਫੈਸ਼ਨਲ ਹੈਗੇ ਹੋ, ਪਲੀਜ਼ ਗਿਵ ਅਸ ਅ ਕਾਲ। ਆਲ ਬੀ ਮੋਰ ਦੈਨ ਹੈਪੀ। ਤੁਹਾਨੂੰ ਮੈਂ ਪਲੈਟਫਾਰਮ ਆਫਰ ਕਰਾਂਗਾ। ਸੋ ਲੈਟਸ ਡੂ ਸਮ ਸੇਵਾ ਤਾਂ ਕਿ ਲੋਕਾਂ ਦੀ ਮਦਦ ਹੋ ਸਕੇ। ਵੈਰੀ ਇੰਪੋਰਟੈਂਟ ਗੈਸਟ ਟੂਡੇ। ਨਾ ਬਿਫੋਰ ਮੈਂ ਸੈਕਸ ਨੂੰ ਇੰਟਰੋਡਿਊਸ ਕਰਾਂ, ਆਈ ਸ਼ੁਡ ਬੀ ਫੋਰਗੇਟ, ਪਰ ਮੈਨੂੰ ਇੱਕ ਦਫਾ ਬੜਾ ਫੀਲ ਹੁੰਦਾ ਸੀ ਨਾ, ਮਦਰਸ ਡੇ। ਵਾਈ ਡੂ ਵੀ ਆਲਵੇਜ਼ ਮਦਰਸ ਨੂੰ ਬਿਲੀਵ ਕਰਦੇ ਹਾਂ ਇੱਕ ਦਫਾ ਸਾਲ ਦੇ ਵਿੱਚ। ਮਾਂ ਇੱਕ ਇੱਦਾਂ ਦੀ ਚੀਜ਼ ਹੈ, ਉਹਨਾਂ ਨੂੰ ਹਰ ਦਫਾ ਯਾਦ ਕਰਨਾ ਚਾਹੀਦਾ, ਹਰ ਦਿਨ, ਹਰ ਰਾਤ। ਕਿਉਂਕਿ ਜਿਹੜਾ ਮਾਂ ਦਾ ਦਰਜਾ ਨਾ ਰੱਬ ਨੇ ਬੜਾ ਉੱਚਾ ਦਿੱਤਾ, ਬੜੀ ਇੱਜ਼ਤ ਦਿੱਤੀ ਹੈ। ਜਿੱਥੇ ਕਿ ਰੱਬ ਨਹੀਂ ਉੱਥੇ ਮਾਂ ਹੈਗੀ ਹੈ। ਕਹਿੰਦੇ ਨੇ ਕਿ ਮਾਂ ਦੇ ਕਦਮਾਂ ਦੇ ਵਿੱਚ ਜੰਨਤ ਹੈ। ਇਹ ਕਹਿਣ ਵਾਲੀ ਨਹੀਂ ਗੱਲ, ਦਿਸ ਇਜ਼ ਹਕੀਕਤ। ਓਨੈਸਟਲੀ ਆਪੋ ਆਪਣੇ ਖਿਆਲਾਤ ਹੁੰਦੇ ਨੇ। ਮੈਂ ਜ਼ਰੂਰੀ ਨਹੀਂ ਕਹਿੰਦਾ ਕਿ ਹਾਂ ਇੱਦਾਂ ਹੀ ਹੁੰਦਾ। ਤੁਸੀਂ ਪਾਠ ਪੂਜਾ ਕਰ ਲਓ, ਅਰਦਾਸ ਕਰ ਲਓ। ਅਗਰ ਤੁਸੀਂ ਮਾਂ ਪਿਓ ਦੀ ਸੇਵਾ ਨਹੀਂ ਕਰਦੇ, ਤੁਹਾਡੀ ਅਰਦਾਸ ਪੂਰੀ ਨਹੀਂ ਹੋਏਗੀ। ਮੈਂ ਨਹੀਂ ਕਹਿੰਦਾ ਕਿ ਹੋਏਗੀ ਕਿ ਨਹੀਂ ਹੋਏਗੀ, ਪਰ ਸੁਣਨ 'ਚ ਆਉਂਦਾ ਕਿ ਨਹੀਂ ਹੁੰਦੀ। ਮਾਂ ਪਿਓ ਬਿਕਮਸ ਨੰਬਰ 1। ਰੱਬ ਮਾਂ ਪਿਓ ਤੁਹਾਡੇ ਘਰ ਹੈਗੇ ਨੇ, ਪਹਿਲਾਂ ਉਹਨਾਂ ਨੂੰ ਮੱਥਾ ਟੇਕੋ, ਉਹਨਾਂ ਦਾ ਤੁਸੀਂ ਬਲੈਸਿੰਗ ਲਵੋ, ਫਿਰ ਤੁਸੀਂ ਆਪਣੀ ਅਰਦਾਸ ਕਰੋ, ਗੁਰੂ ਘਰ ਜੋ ਵੀ ਕਰਨਾ ਹੈਗਾ। ਜਿੰਨੇ ਵੀ ਮਾਵਾਂ ਹੈਗੀਆਂ ਨੇ, ਛੋਟੀਆਂ ਵੱਡੀਆਂ, ਬਜ਼ੁਰਗ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮਦਦ ਦੇ। ਬੜੇ ਲੋਕ ਮੇਰੇ ਵਰਗੇ ਅਨਫੋਰਚੂਨੇਟ ਜਿਹਦੀ ਮਾਂ ਨਹੀਂ ਹੈ ਉੱਪਰ ਚਿਲ, ਅਸੀਂ ਉਹਨੂੰ ਵਿਸ਼ ਕਰਾਂਗੇ ਜਿੱਥੇ ਵੀ ਹੈ, ਰੱਬ ਉਹਨੂੰ ਆਪਣੇ ਚਰਨਾਂ 'ਚ ਰੱਖੇ। ਅਤੇ ਕਰ ਥੋੜ੍ਹਾ ਜਿਹਾ ਮੈਂ ਤੁਹਾਨੂੰ ਦੱਸਦਾ ਪਿਆ ਕਿ ਖਿਆਲ ਆਉਂਦਾ, ਥੋੜ੍ਹਾ ਜਿਹਾ ਸ਼ੇਰ ਹੈਗਾ। मेरी ज़िंदगी में कभी गम ना होता, मेरी ज़िंदगी में कभी गम ना होता, अगर किस्मत लिखने का हक मेरी माँ को मिला होता। रब ने बहुत बहुत हक दिता माँ ਨੂੰ, लेकिन इन्ना हक नहीं दिता कि बच्चे की किस्मत लिख सके। ਉਹ ਤੁਸੀਂ ਲਿਖਾ ਕੇ ਲੈ ਕੇ ਆਉਂਦੇ ਹੋ। ਆਪਣੀ ਕਿਸਮਤ ਹੈਗੀ ਹੈ ਅਤੇ ਆਪਣਾ ਡਿਪੈਂਡ ਕਰਦਾ। ਬੰਦਾ ਕਹਿੰਦਾ ਭਲੇ ਕੰਮ ਕਰੋ, ਭਲਾ ਹੋਏਗਾ। ਬਹੁਤ ਅੱਛਾ ਲੱਗਦਾ ਇੱਦਾਂ ਦੇ ਮਾਵਾਂ ਨੂੰ। ਬਹੁਤ ਜਿਨ੍ਹਾਂ ਨੇ ਵੀ ਤੁਸੀਂ ਆਓ, ਹੋਪ ਤੁਹਾਡੇ ਮਾਵਾਂ ਨੂੰ ਤੁਸੀਂ ਖੁਸ਼ ਕੀਤਾ ਹੋਣਾ। ਪਲੀਜ਼ ਡੋਂਟ ਵੇਟ ਫੋਰ ਸਾਲ ਦੇ ਵਿੱਚ ਇੱਕ ਦਫਾ ਨਹੀਂ, ਹਰ ਦਫਾ ਮਾਂ ਨੂੰ ਵੀਕ ਦੇ ਵਿੱਚ। ਦੇ ਆਰ ਨੋਟ ਲੁਕਿੰਗ ਫੋਰ ਯੂਰ ਮਨੀ, ਦੇ ਆਰ ਨੋਟ ਲੁਕਿੰਗ ਐਨੀਥਿੰਗ ਫਰੋਮ ਯੂ ਕਿ ਤੁਸੀਂ ਉਹਨਾਂ ਨੂੰ ਫੀਡ ਕਰੋ। ਵਨ ਫੋਨ ਕਾਲ ਟੂ ਦੈਮ ਇਟਸ ਲਾਈਕ ਅ ਮੈਡੀਸਨ। ਓਨੈਸਟਲੀ ਦੇ ਵਿਲ ਲਵ ਯੂ ਫੋਰ ਐਵਰ। ਮਾਂ ਪਿਓ ਦੀ ਬਲੈਸਿੰਗ ਵਿਲ ਟੇਕ ਯੂ ਸਕਾਈ ਹਾਈ। ਕਰਕੇ ਦੇਖੋ, ਤੁਹਾਨੂੰ ਪਤਾ ਲੱਗੇਗਾ। ਕਦੀ ਦੁਨੀਆ 'ਚ ਦੁੱਖ ਸੁੱਖ ਆਏਗਾ, ਅਗਰ ਜ਼ਿਆਦਾ ਦੁੱਖ ਖਰਾਬ ਨਹੀਂ ਨਾ ਹੁੰਦਾ, ਉਹ ਤਾਂ ਤੁਹਾਡੀ ਬੱਚਤ ਹੋਈ ਕਿ ਤੁਹਾਡੀ ਮਾਂ ਦੀ ਦੁਆ ਦਿੱਤੀ ਹੋਏਗੀ ਸ਼ਾਇਦ। ਚਲੋ ਉਮੀਦ ਰੱਖਦਾ ਕਿ ਤੁਸੀਂ ਸਾਰੇ ਪਿਆਰ ਮੁਹੱਬਤ ਕਰਦੇ ਹੋ। ਆਪਣੇ ਮਾਂ ਪਿਓ ਬਹੁਤ ਇੰਪੋਰਟੈਂਟ ਚੀਜ਼ ਹੈਗੀ ਆ। ਲਾਸਟ ਵੀਕ ਤੁਹਾਨੂੰ ਮੈਂ ਦੱਸਿਆ ਸੀਗਾ ਕਿ ਅਕਾਲ ਚੈਨਲ ਦਾ ਜੋ YouTube ਚੈਨਲ ਹੈਗਾ, ਇੰਡੀਆ ਦੇ ਵਿੱਚ ਬਲੌਕ ਹੋ ਗਿਆ। ਸਾਡੇ ਤਕਰੀਬਨ 40 ਸਟਾਫ ਮੈਂਬਰ ਹੈਗੇ ਕਿ ਜਿਹੜੇ ਉੱਥੋਂ ਇਨਕਮ ਆਣ ਕੇ ਉਹਨਾਂ ਦੀ 40 ਫੈਮਲੀਆਂ ਸਪੋਰਟ ਹੁੰਦੀਆਂ ਸੀਗੀਆਂ। ਅਸੀਂ ਤੁਹਾਨੂੰ ਰਿਕੁਐਸਟ ਕੀਤਾ ਸੀਗਾ ਕਿ ਪਲੀਜ਼ ਸਾਨੂੰ 2000 ਡਾਇਰੈਕਟ ਡੈਬਿਟ ਚਾਹੀਦੇ ਨੇ, ਵੈਰੀ ਡੈਸਪਰੇਟਲੀ। ਜਦੋਂ ਵੀ ਅਕਾਲ ਚੈਨਲ ਨੇ ਤੁਹਾਡੇ ਕੋਲੋਂ ਮਦਦ ਮੰਗੀ ਹੈ, ਟੂ ਹੈਵ ਆਲਵੇਜ਼ ਸਟੂਡ ਬਾਈ। ਤੁਸੀਂ ਦਿਲ ਖੋਲ੍ਹ ਕੇ ਆਪਣਾ ਡੋਨੇਸ਼ਨ ਦਿੰਦੇ ਹੋ। ਬੜੀ ਲੋੜ ਹੈ ਅਕਾਲ ਚੈਨਲ ਨੂੰ ਡਾਇਰੈਕਟ ਡੈਬਿਟ ਦੀ। ਅਤੇ ਉਹਦੇ ਮੈਂ ਚਾਹਾਂਗਾ ਕਿ ਤੁਹਾਨੂੰ ਪਹਿਲਾਂ ਕਲਿੱਪ ਦਿਖਾਉਂਦੇ, ਫਿਰ ਅੱਗੇ ਗੱਲਬਾਤ ਕਰਦੇ ਹਾਂ। ਅਕਾਲ ਚੈਨਲ ਦੇ ਸਾਰੇ ਹੀ ਦਰਸ਼ਕਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਕਿ ਅਕਾਲ ਚੈਨਲ ਨੂੰ ਚਲਾਉਣ ਲਈ ਤੁਹਾਡੇ ਸਹਿਯੋਗ ਦੀ ਲੋੜ ਹੈ। ਇਸ ਲਈ ਤੁਸੀਂ ਡਾਇਰੈਕਟ ਡੈਬਿਟ ਜ਼ਰੂਰ ਕਰਵਾਓ ਜੀ। ਅਤੇ ਇਹ ਕਰਨਾ ਬਹੁਤ ਸੌਖਾ ਹੈ ਅਤੇ ਇਹ ਦੋ ਤਰ੍ਹਾਂ ਨਾਲ ਕਰਵਾ ਸਕਦੇ ਹੋ। ਪਹਿਲਾ, ਅਕਾਲ ਚੈਨਲ 'ਤੇ ਫੋਨ ਕਰਕੇ, ਜਿਸ ਦਾ ਨੰਬਰ ਹੈ 0121551101। ਤੁਸੀਂ ਬਾਏ ਪੋਸਟ ਵੀ ਕਰਵਾ ਸਕਦੇ ਹੋ। ਇਸ ਫਾਰਮ ਨੂੰ ਭਰਨ ਦਾ ਤਰੀਕਾ ਬਹੁਤ ਸੌਖਾ ਹੈ। ਫਾਰਮ ਦੇ ਦੂਜੇ ਪਾਸੇ ਜਾ ਕੇ ਆਪਣਾ ਨਾਮ ਭਰੋ, ਪੋਸਟ ਕੋਡ ਅਤੇ ਨਾਲ ਆਪਣਾ ਪੂਰਾ ਐਡਰੈਸ ਤੇ ਨਾਲ ਹੀ ਆਪਣਾ ਫੋਨ ਨੰਬਰ ਜ਼ਰੂਰ ਭਰੋ। ਇਸ ਤੋਂ ਬਾਅਦ ਤੁਸੀਂ ਮਹੀਨੇ ਬਾਅਦ ਕਿੰਨੀ ਸੇਵਾ ਪਾਉਣੀ ਹੈ ਉਹ ਲਿਖੋ। ਫਿਰ ਡਾਇਰੈਕਟ ਡੈਬਿਟ ਤੁਸੀਂ ਮਹੀਨੇ ਦੀ ਪਹਿਲੀ ਤਾਰੀਖ ਜਾਂ 15 ਨੂੰ ਕਰਵਾਉਣਾ ਚਾਹੁੰਦੇ ਹੋ ਉਹ ਲਿਖੋ। ਆਖਰ ਦੇ ਵਿੱਚ ਆਪਣੇ ਸਾਈਨ ਅਤੇ ਡੇਟ ਪਾ ਕੇ ਉੱਪਰ ਦਿੱਤੇ ਪਤੇ ਤੇ ਭੇਜ ਸਕਦੇ ਹੋ।
ਸੋ ਆਪ ਜੀ ਅਕਾਲ ਚੈਨਲ ਦੀ ਮਦਦ ਜ਼ਰੂਰ ਕਰੋ, ਡਾਇਰੈਕਟ ਡੈਬਿਟ ਜ਼ਰੂਰ ਕਰਵਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਾਸਟ ਵੀਕ ਤੁਹਾਨੂੰ ਦਿਖਾਇਆ ਗਿਆ ਸੀ ਕਲਿੱਪ, ਪਲੀਜ਼ ਬਹੁਤ ਲੋੜ ਹੈਗੀ ਹੈ। ਅਕਾਲ ਚੈਨਲ ਨੇ ਜਦੋਂ ਵੀ ਅਪੀਲ ਕੀਤੀ ਤੁਸੀਂ ਹਮੇਸ਼ਾ ਖੁੱਲ੍ਹਾ ਦਿਲ ਕਰਕੇ ਤੁਸੀਂ ਸਪੋਰਟ ਕੀਤਾ ਪਿਆ। ਔਰ ਦੂਸਰੀ ਗੱਲ, ਜਦੋਂ ਵੀ ਤੁਸੀਂ ਸਪੋਰਟ ਕਰਦੇ ਹੋ ਅਕਾਲ ਚੈਨਲ, ਸਾਡਾ ਹੱਕ ਬਣਦਾ ਹੈ ਇਹ ਰਿਟਰਨ ਅਸੀਂ ਵੀ ਤੁਹਾਡਾ ਕੁਝ ਕਰੀਏ। ਮੈਂ ਲਾਸਟ ਵੀਕ ਅਨਾਊਂਸ ਕੀਤਾ ਸੀਗਾ ਕਿ ਜੋ RGB ਇਲੈਕਟ੍ਰੋਨਿਕਸ ਇਲਫੋਰਡ ਦੇ ਵਿੱਚ ਐਸੈਕਸ ਵਿੱਚ ਹੈਗੇ ਨੇ, ਉਹਨਾਂ ਦੇ ਓਨਰ ਸਰਦਾਰ ਮਿਸਟਰ ਪੀਟਰ ਡਿਗਵਾ ਨੇ 50 ਇੰਚ ਦੀ HD ਟੈਲੀਵਿਜ਼ਨ ਡੋਨੇਟ ਕੀਤੀ ਅਕਾਲ ਚੈਨਲ ਨੂੰ, ਜੋ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ। ਉਹਨੂੰ ਅਸੀਂ ਮੈਂ ਡੇਟ ਨਹੀਂ ਅਨਾਊਂਸ ਕਰ ਸਕਦਾ, ਅਸੀਂ ਥੋੜ੍ਹੀ ਸਲਾਹ ਕਰਕੇ ਡੇਟ ਵਗੈਰਾ ਦੱਸਾਂਗੇ। ਜਿਹੜੇ ਲੋਕਾਂ ਨੇ ਡਾਇਰੈਕਟ ਡੈਬਿਟ ਸਾਈਨ ਕੀਤੇ ਨੇ ਜਾਂ ਜੋ ਤੁਸੀਂ ਨਵੇਂ ਸਾਈਨ ਕਰੋਗੇ, ਉਹ ਤੁਹਾਡੇ ਸਾਰਿਆਂ ਦੇ ਨਾਮ ਆਟੋਮੈਟਿਕਲੀ ਰੈਫਲ ਦੇ ਵਿੱਚ ਜਾਣਗੇ ਅਤੇ ਉਹ ਰੈਫਲ ਨਿਕਲ ਜਾਏਗਾ। ਜਿਹੜਾ ਕੋਈ ਲੱਕੀ ਬੰਦਾ ਹੋਏਗਾ ਉਹਨੂੰ 50 ਇੰਚ ਦੀ TV ਇੱਕ ਰੈਫਲ ਦੇ ਵਿੱਚ ਇਨਾਮ ਦਿੱਤਾ ਜਾਏਗਾ। ਸੋ ਪਲੀਜ਼ ਤੁਸੀਂ ਸਪੋਰਟ ਕਰੋ। ਰਿਟਰਨ ਅਸੀਂ ਰੈਫਲ ਰੱਖਿਆ TV ਦੀ, ਉਮੀਦ ਰੱਖਦਾ ਹਾਂ ਕਿ ਤੁਸੀਂ ਦਿਲ ਖੋਲ੍ਹ ਕੇ ਆਪਣੇ ਡਾਇਰੈਕਟ ਡੈਬਿਟ ਭਰੋਗੇ ਅਤੇ ਅਕਾਲ ਚੈਨਲ ਦੀ ਮਦਦ ਹੋਏਗੀ ਤਾਂ ਕਿ ਅਸੀਂ ਤਰ੍ਹਾਂ ਦੇ ਸ਼ੋਅ ਲੈ ਕੇ ਆਈਏ। ਆਈ ਥਿੰਕ ਮੈਂ ਬਹੁਤਾ ਹੁਣ ਟਾਈਮ ਨਹੀਂ ਵੇਸਟ ਕਰਨਾ, ਮੇਰੇ ਗੈਸਟ ਬੜੀ ਦੇਰ ਦੇ ਵੇਟ ਕਰਦੇ ਨੇ, ਦੂਰੋਂ ਆਏ ਨੇ। ਬੜੇ ਸਪੈਸ਼ਲ ਗੈਸਟ, ਵੈਰੀ ਇੰਟੈਲੈਕਚੁਅਲ, ਮਿਸਿਸ ਜਤਿੰਦਰ ਕੌਰ ਡੰਜਲ, ਉਹਨਾਂ ਦਾ ਨਿਕ ਨਾਮ ਹੈਗਾ ਜੈ। ਉਹਨਾਂ ਦਾ ਸਵਾਗਤ ਕਰਕੇ ਅਸੀਂ ਸ਼ੋਅ ਕੇ ਲੈ ਕੇ ਜਾਂਦੇ ਹਾਂ। ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲੇ ਤਾਂ ਥੈਂਕ ਯੂ ਸੋ ਮਚ ਫॉर ਕਮਿੰਗ, ਰੀਅਲੀ ਐਪਰੀਸ਼ੀਏਟ। ਰਾਤ ਦਾ ਟਾਈਮ ਹੈ ਔਰ ਦੂਰੋਂ ਆਏ ਹੋ ਅਤੇ ਇਟਸ ਅ ਬਿਗ ਐਫਰਟ ਟੂ ਕਮ ਔਨ। ਇਟ ਰੀਅਲੀ ਇਜ਼, ਐਂਡ ਮੈਂ ਵੀ ਕਹਿਣਾ ਚਾਹੁੰਦੀ ਹਾਂ ਕਿ ਅਕਾਲ ਚੈਨਲ ਨੂੰ ਅਤੇ ਤੁਹਾਨੂੰ ਥੈਂਕ ਯੂ ਸੋ ਮਚ ਕਿ ਤੁਸੀਂ ਸਾਨੂੰ opportunity ਦਿੱਤੀ ਆ ਆਹ ਪਲੇਟਫਾਰਮ ਯੂਜ਼ ਕਰਨ ਲਈ ਟੂ ਰੇਜ਼ ਐਲਰਜੀ ਅਵੇਅਰਨੈਸ। ਮੈਂ ਤਾਂ ਹੁਣ ਕਹਿ ਕੇ ਹਟਿਆ ਨਾ, ਆਈ ਵੈਲਕਮ ਐਨੀਬੋਡੀ ਓਨੈਸਟਲੀ। ਅਗਰ ਤੁਹਾਡੇ ਪਾਸ ਕੁਝ ਹੈ ਨਾ, ਮੈਂ ਐਨੀਬੋਡੀ ਤੋਂ ਕਿਸੇ ਵੀ ਤਰ੍ਹਾਂ ਦੀ ਗੱਲ ਹੁੰਦੀ ਹੈ ਲੋਕਾਂ ਦੀ। ਅੱਜ ਜਿੱਦਾਂ ਸ਼ੋਅ ਹੈਗਾ, ਮੈਂ ਬਹੁਤ ਖੁਸ਼ ਹੈਗਾ ਕਿ ਮੈਂ ਕਾਲ ਯੂ ਜੇ। ਯਾ ਸ਼ੋਰ। ਹਾਂ, ਕਿ ਆਪਣੀ ਜੇ ਭੈਣ ਨਾ ਇੱਕ ਸਬਜੈਕਟ ਲੈ ਕੇ ਆਈ ਹੈ ਐਲਰਜੀ ਬਾਰੇ, ਫੂਡ ਐਲਰਜੀ। ਅਸੀਂ ਉਹਦੇ ਬਾਰੇ ਗੱਲ ਕਰਾਂਗੇ ਨਾ। ਬਿਫੋਰ ਅਸੀਂ ਫੂਡ ਐਲਰਜੀ ਦੀ ਗੱਲ ਕਰੀਏ, ਆਈ ਨੀਡ ਟੂ ਮੇਕ ਮਾਈਸੈਲਫ ਵੈਰੀ ਕਲੀਅਰ, ਦਿਸ ਇਜ਼ ਅ ਚੈਟ ਸ਼ੋ, ਇਟਸ ਬ੍ਰਿੰਗਿੰਗ ਐਨ ਅਵੇਅਰਨੈਸ। ਤੁਹਾਨੂੰ ਦੱਸਣਾ ਹੈ ਕਿ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ। ਅਗਰ ਇੱਕ ਫੂਡ ਕਿਸੇ ਨੂੰ ਐਲਰਜੀ ਹੈਗੀ ਹੈ, ਜ਼ਰੂਰੀ ਨਹੀਂ ਕਿ ਹਰ ਬੰਦੇ ਨੂੰ ਉਹਦੀ ਐਲਰਜੀ ਹੁੰਦੀ ਹੈ। ਉਹ ਮੈਂ ਪ੍ਰੋਫੈਸ਼ਨਲ ਨਹੀਂ ਹੈਗਾ, ਮੇਰੇ ਪਾਸ ਨੌਲੇਜ ਹੈ, ਲੇਕਿਨ ਆਮ ਨੋਟ ਪ੍ਰੋਫੈਸ਼ਨਲ। ਬਟ ਆਪਣੀ ਜੇ ਤੁਹਾਨੂੰ ਅੱਛੀ ਤਰ੍ਹਾਂ ਐਕਸਪਲੇਨ ਕਰੇਗੀ। ਹਾਊ ਡਿਡ ਯੂ ਗੈਟ ਇਨਟੂ ਦਿਸ ਬਾਏ ਦ ਵੇ? ਤੁਹਾਨੂੰ ਕਿੱਦਾਂ ਸ਼ੌਕ ਹੋਇਆ ਦਾ? ਮੈਨੂੰ ਸ਼ੌਂਕ ਨਹੀਂ ਸੀਗਾ। ਐਸ਼ ਜਦੋਂ ਹੋਇਆ ਐਟ 3 months ਉਹਦੇ ਐਕਸਮਾ ਸ਼ੁਰੂ ਹੋਣ ਲੱਗ ਗਿਆ ਅਤੇ ਫਿਰ ਉਦੋਂ ਮੈਂ ਐਕਸਕਲੂਸਿਵਲੀ ਬ੍ਰੈਸਟ ਫੀਡ ਕਰਦੀ ਸੀਗੀ ਅਤੇ ਉਹਦੀ ਸਕਿਨ ਕਦੇ ਲਾਲ ਹੋ ਜਾਵੇ ਅਤੇ ਫਿਰ ਰਾਤ ਉਹ ਸੌਂਦਾ ਨਹੀਂ ਸੀਗਾ। ਅਤੇ ਮੈਂ ਕਾਫੀ ਚਿਰ ਡਾਕਟਰ ਦੇ ਵੱਲ ਜਾਂਦੀ ਹੁੰਦੀ ਸੀਗੀ ਕਿ ਇਹਦੀ ਸਕਿਨ ਰੈਸ਼ ਆ ਅਤੇ ਐਕਸਮਾ ਆ, ਕਿ ਇਹ ਜਾਂਦੀ ਨਹੀਂ ਹੈਗੀ। ਅਤੇ ਉਹ ਹਮੇਸ਼ਾ ਕਹਿੰਦੇ ਸੀਗੇ ਕਿ ਕੋਈ ਨਾ, ਇਟਸ ਜਸਟ ਬੇਬੀ ਐਕਸਮਾ, ਐਂਡ ਤੁਸੀਂ ਕਰੀਮਾਂ ਲਾਈ ਜਾਵੋ ਅਤੇ ਬਾਥ ਓਇਲਮੈਂਟਸ ਕਰੀ ਜਾਵੋ ਐਂਡ ਆਪ ਹੀ ਚਲੀ ਜਾਊਗੀ। ਅਤੇ ਫਿਰ ਜਦੋਂ ਵੀਨਿੰਗ ਦਾ ਟਾਈਮ ਆਇਆ, ਜਦੋਂ ਆਪਾਂ ਬੱਚਿਆਂ ਨੂੰ ਵੀਨ ਕਰਦੇ ਹਾਂ ਫਰੋਮ 6 months ਔਨਵਰਡਸ, ਮੈਂ ਇੱਕ ਦਿਨ ਸੋਚਿਆ, ਕਿਉਂਕਿ ਮੇਰੇ ਕੋਲ ਪਲਾਨ ਸੀਗਾ ਫਰੋਮ ਦ ਹੈਲਥ ਵਿਜ਼ਟਰ ਕਿ ਤੁਸੀਂ ਇਸ ਏਜ 'ਤੇ ਇੱਦਾਂ ਦੇ ਫੂਡ ਦੇਣੇ ਆ। ਅਤੇ ਮੈਂ ਸੋਚਿਆ ਕਿ ਐਕਚੁਅਲੀ ਮੈਂ ਐਸ਼ ਨੂੰ ਸਕ੍ਰੈਂਬਲਡ ਐਗ ਕਰਕੇ ਦਿੰਦੀ ਹਾਂ, ਕਿਉਂਕਿ ਉਦੋਂ 6.5 ਮਹੀਨਿਆਂ ਦਾ ਸੀਗਾ ਉਹ। ਅਤੇ ਜਦੋਂ ਮੈਂ ਉਹਨੂੰ ਖਿਲਾਉਣ ਲੱਗੀ, ਉਹ ਉਹਦੇ ਮੂੰਹ 'ਚੋਂ ਮਿਸ ਕਰਕੇ ਉਹਦੇ ਢਿੱਡ 'ਤੇ ਡਿੱਗ ਪਿਆ ਅਤੇ ਵਿਦਿਨ 2 ਸਕਿੰਟਾਂ ਦੇ ਵਿੱਚ ਉਹਦਾ ਸਾਰਾ ਢਿੱਡ ਭਰ ਗਿਆ ਧੱਫੜਾਂ ਨਾਲ, ਰੈਸ਼ ਨਾਲ। ਅਤੇ ਫਿਰ ਓਬਵੀਅਸਲੀ ਮੈਂ ਪੈਨਿਕ ਹੋ ਗਈ, ਕਿਉਂਕਿ ਮੈਂ ਕਦੇ ਇਹੋ ਜਿਹਾ ਕੁਛ ਦੇਖਿਆ ਨਹੀਂ ਸੀਗਾ। ਐਂਡ ਆਈ ਆਹ ਕੀ ਆ? ਅਤੇ ਫਿਰ ਜਦੋਂ ਮੈਂ 111 ਨੂੰ ਫੋਨ ਕੀਤਾ ਅਤੇ ਉਹ ਕਹਿੰਦੇ ਸਾਨੂੰ ਸਮਝ ਨਹੀਂ ਆਉਂਦੀ ਕਿ ਇਹ ਕੀ ਆ, ਪਰ ਤੁਸੀਂ ਉਹਨੂੰ ਕੈਲਪੋਲ ਦੇ ਦਿਓ। ਅਤੇ ਫਿਰ ਉਦੋਂ ਬਾਅਦ ਮੈਂ ਆਪਦੇ ਹਸਬੈਂਡ ਨੂੰ ਕਿਹਾ ਕਿ ਇੱਥੇ ਨਾ ਕੁਛ ਸਹੀ ਨਹੀਂ ਆ। ਇਟ ਡਜ਼ਨਟ ਲੁੱਕ ਰਾਈਟ ਕਿ ਹੁਣ ਅਸੀਂ ਪ੍ਰਾਈਵੇਟ ਹੈਵ ਅ ਲੁੱਕ ਐਟ ਪ੍ਰਾਈਵੇਟ। ਅਤੇ ਫਿਰ ਅਸੀਂ ਪ੍ਰਾਈਵੇਟ ਗਏ ਐਂਡ ਫਿਰ ਜਦੋਂ ਵੀ ਸੋ ਰੀਲੀ ਲਵਲੀ ਡਰਮਾਟੋਲੋਜਿਸਟ। ਅਤੇ ਫਿਰ ਜਦੋਂ ਉਹਨੇ ਟੈਸਟ ਕੀਤੇ, ਫਿਰ ਉਹ ਕਹਿੰਦੀ ਕਿ ਐਸ਼ ਨੂੰ ਐਲਰਜੀਜ਼ ਆ ਆਟੇ ਤੋਂ, ਡੇਅਰੀ ਤੋਂ, ਸੈਸਮੀ ਤੋਂ ਅਤੇ ਸਾਰੇ ਨਟਸ ਤੋਂ ਅਤੇ ਆਂਡੇ ਤੋਂ। ਅਤੇ ਹੁਣ ਕਿਉਂਕਿ ਤੂੰ ਬ੍ਰੈਸਟ ਫੀਡ ਕਰਦੀ ਹਾਂ ਐਂਡ ਯੂ ਨੀਡ ਟੂ ਰਿਮੂਵ ਥੀਸ ਫੂਡਸ ਫਰੋਮ ਯੋਰ ਡਾਇਟ। ਸੋ ਜਦੋਂ ਵੀ ਹੁਣ ਅਸੀਂ ਫਿਰ ਸਾਡੀ ਲਾਈਫ ਰਾਤੋਂ ਰਾਤ ਚੇਂਜ ਹੋ ਗਈ, ਕਿਉਂਕਿ ਇਫ ਯੂ ਗੋ ਸ਼ੋਪਿੰਗ ਅਤੇ ਜੇ ਤੁਸੀਂ ਫੂਡ ਚੱਕ ਕੇ ਦੇਖੋ ਅਤੇ ਦੇਖੋ ਉਹਦੇ 'ਚ ਕੀ ਕੁਛ ਹੈਗਾ, ਸਾਰੀਆਂ ਚੀਜ਼ਾਂ 'ਚ ਸੀ। ਫॉर 5 years ਸਾਡੇ ਘਰ ਦੇ ਵਿੱਚ ਰੋਟੀ ਨਹੀਂ ਬਣੀ, ਕਿਉਂਕਿ ਮੈਂ ਆਟਾ ਨਹੀਂ ਲੈ ਕੇ ਆ ਸਕਦੀ ਸੀ, ਕਿਉਂਕਿ ਇਟ ਵਾਜ਼ ਸੋ ਰਿਸਕੀ ਫॉर ਐਸ਼ਜ਼ ਲਾਈਫ। ਇੱਕ ਚੀਜ਼ ਬੜੀ ਇੰਪੋਰਟੈਂਟ, ਮੈਂ ਨਾਲ ਦੀ ਨਾਲ ਗੱਲ ਕਰ ਰਿਹਾ, ਇੰਟਰਪਟ ਨਹੀਂ ਕਰਦਾ, ਬਸ ਇਟਸ ਇੰਪੋਰਟੈਂਟ ਜੋ ਵੀ ਤੁਸੀਂ ਦੇਖ ਰਹੇ ਹੋ। ਦੇਖੋ ਮੈਂ ਹਮੇਸ਼ਾ ਕਹਿੰਦਾ ਕਿ ਭਲਾ ਹੋਵੇ, ਮੇਰਾ ਨਾ ਸ਼ੋਅ ਦਾ ਹਮੇਸ਼ਾ ਫੋਕਸ ਹੁੰਦਾ ਕਿ ਤੁਹਾਡਾ ਭਲਾ ਹੋਵੇ। ਇਹ ਜਿਹੜੀ ਚੀਜ਼ ਅਵੇਅਰਨੈਸ ਲੈ ਕੇ ਆਉਂਦੇ ਬੜਾ ਇੰਪੋਰਟੈਂਟ ਹੈਗਾ। ਤੁਹਾਨੂੰ ਡਾਕਟਰ ਜਿੱਦਾਂ ਤੁਸੀਂ ਕਿਹਾ
ਦਿਸ ਇਜ਼ ਅ ਵੈਰੀ ਔਨਗੋਇੰਗ ਸਬਜੈਕਟ ਹੁੰਦਾ ਡਾਕਟਰ ਜਿਹੜੇ ਪਹਿਲਾਂ ਉਹਨੂੰ ਥੋੜਾ ਬਹੁਤਾ ਡਾਇਗਨੋਸ ਕਰਕੇ ਤੁਹਾਨੂੰ ਭੇਜ ਦਿੰਦੇ ਨੇ ਹਾਂਜੀ ਪਰ ਇੱਕ ਬੱਚੇ ਦੀ ਇੱਕ ਇਨਸਾਨ ਦੀ ਲਾਈਫ ਹੈਗਾ on the other hand Yeah. ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੇ ਮਾਪੇ ਉਹਨਾਂ ਦੇ ਜਿਨ੍ਹਾਂ ਦਾ ਬੱਚਾ ਹੈਗਾ ਕਿ ਹਾਊ ਡੂ ਦੇ ਫੀਲ Yeah. ਨਾਟ ਹੈਵਿੰਗ ਅ ਨੌਲੇਜ ਕਿ ਜੋ ਡਾਕਟਰ ਨੇ ਕਿਹਾ ਸਹੀ ਹੈ ਕਿ ਗਲਤ ਹੈਗਾ Yeah. ਆਮ Yeah. ਗਲੈਡ ਕਿ ਤੁਸੀਂ ਸਟੈਪ ਲਿੱਤਾ Thank ਯੂ ਟੁਕ ਅਨਦਰ ਸਟੈਪ ਫਾਰਵਰਡ ਤੇ ਉਹ ਤੁਸੀਂ ਡਾਇਗਨੋਸ ਕੀਤਾ ਔਰ ਕਿੰਨੇ ਤਕਲੀਫ ਚ ਗਏ ਹੋ Yeah. ਇਹ ਚੀਜ਼ ਤੁਸੀਂ ਸ਼ੋਅ ਦੇਖਿਆ ਕਰੋ ਪਲੀਜ਼ ਜਦੋਂ ਤੁਹਾਡਾ ਵੀ ਮੈਂ ਨਾ ਚਾਹੁੰਦਾ ਕਿ ਕਿਸੇ ਦੇ ਘਰ ਕੋਈ ਤਕਲੀਫ ਆਵੇ ਅਗਰ ਜੇ ਆਈ ਬੀ ਪ੍ਰੀਪੇਅਰਡ ਤੁਸੀਂ ਸ਼ੋਅ ਦੇਖਿਆ ਕਰੋ ਬਹੁਤ ਨੌਲੇਜ ਹੁੰਦੀ ਹੈ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਮੈਂ ਨੈਕਸਟ ਸਟੈਪ ਕੀ ਲੈਣਾ ਹੈਗਾ ਹਰ ਦਫਾ ਡਾਕਟਰ ਦੀ ਐਡਵਾਈਸ ਨਾ ਹੁੰਦੀ ਕਿ ਰਾਈਟ ਵੀ ਹੁੰਦੀ ਹੈ ਰੋਂਗ ਵੀ ਹੁੰਦੀ ਹੈ ਪਰ ਤੁਹਾਨੂੰ ਬਹੁਤ ਹੁਸ਼ਿਆਰ ਬਣਨਾ ਪਏਗਾ ਅ ਸਟੈਪ ਓਵਰ ਦੈਟ ਟੂ ਫਾਈਂਡ ਆਸਕ ਕੁਐਸਚਨਸ ਕਿਉਂ ਵਾਈ ਵੇਅਰ ਐਂਡ ਹਾਊ Yeah. No, definitely. And I think also important ਹੈਗਾ to recognize ਕਿ ਜਦੋਂ ਜਿਹੜੇ GP ਆ ਉਹ trained ਨਹੀਂ ਹੈਗੇ in allergies ਤੇ ਫਿਰ ਜਦੋਂ ਉਹ ਦੇਖਦੇ ਆ ਉਹ ਸਿਰਫ baby eczema ਦੇਖਦੇ ਆ ਪਰ ਹੁਣ ਜਿਹੜੇ ਆ ਰਹੇ ਆ the new generation ਹੁਣ ਉਹਨਾਂ ਨੂੰ training ਮਿਲਦੀ ਆ in allergies ਕਿ ਜਦੋਂ ਕੋਈ ਆਉਂਦਾ ਆ ਤੁਹਾਡਾ ਕੀ step ਆ to refer them to an allergy clinic. How do you explain what is food allergy? So food allergy is ਕਿ ਜਦੋਂ ਆਪਾਂ ਕੁਝ ਖਾਂਦੇ ਆ ਤੇ ਆਪਣੀ ਬੋਡੀ ਉਸ ਪ੍ਰੋਟੀਨ ਨੂੰ ਰਿਐਕਟ ਕਰਦੀ ਆ ਤੇ ਇਹ ਕਾਫੀ ਡਿਫਰੈਂਟ ਟਾਈਪਸ ਹੈਗੀਆਂ ਆ ਹੁਣ UK ਦੇ ਵਿੱਚ there's 14 foods in the UK that are the most common allergies ਜਿੱਦਾਂ ਕਿ wheat, dairy, eggs, sesame, mustard, celery, shellfish, fish, crustaceans and molluscs. ਤੇ ਬਾਕੀ ਰਹਿ ਕੀ ਗਿਆ Yeah, I know. ਪਰ ਫਿਰ ਇਸ ਤੋਂ ਬਾਅਦ ਆਉਂਦੀਆਂ allergies ਜਿਹੜੇ other foods are ਜਿਹੜੇ are outside of this top 14 ਤੇ ਉਹ ਹੋ ਗਏ ਸਾਡੇ ਦਾਲਾਂ and chickpeas and all those things ਜਿਹੜੇ top 14 ਆ ਉਹ by law recognize ਕਰਨੇ ਪੈਂਦੇ ਆ ਕਿ ਜਿਹੜੇ ਵੀ food companies are they have to write on the labels ਕਿ ਇਹਦੇ ਵਿੱਚ ਆਟਾ ਆ That's in a bold requirement, ਨਾ? ਹਾਂ। yeah and ਜਿਹੜੇ ਫਿਰ ਉਦੋਂ ਬਾਅਦ ਨੇ ਉਹ they don't have to declare those ਤੇ ਫਿਰ ਇੱਥੇ ਕਾਫੀ dangerous ਹੋ ਜਾਂਦਾ ਆ because ਜੇ ਤੁਸੀਂ ਕੁਝ ਬਾਏ ਕਰੋ ਤੇ ਤੁਹਾਡੇ ਬੱਚੇ ਨੂੰ ਦਾਲ ਦੀ ਐਲਰਜੀ ਆ ਤੇ ਉਹ ਤੇ ਨਹੀਂ ਲਿਖਿਆ ਹੈਗਾ then you're going to give that food knowing ਕਿ thinking ਕਿ ਇਹ ਮੇਰੇ ਬੱਚੇ ਪਰ ਲਈ ਹੁਣ ਤੇ safe ਲੋ ਆ ਨਾ ਕਿ ਇੰਗਰੀਡੀਐਂਟਸ ਹੋਣਾ ਚਾਹੀਦਾ ਨਾ ਪੈਕੇਜ ਦੇ ਉੱਪਰ yeah but only ਜਿਹੜੇ top 14 foods ਆ ਓਨਲੀ ਫॉर ਅੱਛਾ ਜਿਹੜੇ top 14 ਆ ਸਿਰਫ ਉਹੀ recognized ਆ under the law ਤੇ ਫਿਰ ਜਿਹੜੀ FSA ਆ ਜਿਹੜੀ food body ਆ food standard agency ਜਦੋਂ ਆਪਾਂ ਕੋਈ ਰੈਸਟੋਰੈਂਟ ਖੋਲਦੇ ਆ ਜਾਂ ਜਿਹੜੇ ਵੀ ਕੋਈ food production ਆ ਉਹਨਾਂ ਨੂੰ have to declare ਕਿ ਇਸ food ਦੇ ਵਿੱਚ ਦੁੱਧ ਆ ਜਾਂ wheat ਆ ਜਾਂ ਅੰਡੇ ਆ and if you look at foods ਇੱਕ ਫੂਡ ਦੇ ਵਿੱਚ ਕਈ ਵਾਰੀ more than one allergen ਹੁੰਦੀ ਆ ਤੇ ਫਿਰ ਜਦੋਂ ਤੁਸੀਂ ਪੁੱਛਿਆ ਸੀ ਕਿ ਐਲਰਜੀ ਕੀ ਹੁੰਦੀ ਆ so it's a reaction of the body ਕਿ ਜਦੋਂ ਆਪਾਂ ਕੋਈ ਫੂਡ ਖਾਂਦੇ ਤਾਂ ਸਾਡੀ ਬੋਡੀ ਰਿਐਕਟ ਕਰਦੀ ਆ ਤੇ ਜਿਹੜੀ ਮੇਨ ਵਨ ਹੈਗੀ ਆ ਉਹ ਹੈਗੀ IgE mediated ਕਿ ਹੁਣ if we think about our immune system ਆਪਣੀ immune system ਦਾ ਕੰਮ ਆ ਕਿ ਆਪਾਂ ਨੂੰ ਪ੍ਰੋਟੈਕਟ ਕਰਨਾ ਜਦੋਂ ਸਾਨੂੰ ਕੋਈ ਇਨਫੈਕਸ਼ਨ ਹੁੰਦੀ ਆ ਜਾਂ ਕੋਲਡ ਹੁੰਦੀ ਆ so it fights a virus ਪਰ ਜਦੋਂ ਆਪਾਂ ਕੋਈ ਫੂਡ ਖਾਂਦੇ ਆ ਉਹ ਸੋਚਦੀ ਆ ਕਿ ਆਹ ਕੁਝ ਡੇਂਜਰਸ ਮੇਰੀ ਬੋਡੀ 'ਚ ਆ ਗਿਆ ਤੇ ਮੈਂ ਹੁਣ ਇਹਦੇ ਨਾਲ ਲੜਨਾ ਆ ਟੂ ਪ੍ਰੋਟੈਕਟ ਯੂ ਫਿਰ ਬੋਡੀ ਹੈਸਟਾਮਿਨ ਪ੍ਰੋਡਿਊਸ ਕਰਦੀ ਆ ਜ਼ਿਆਦਾ and then that's where you have a reaction ਫਿਰ ਇਹ ਹੈਗੀ ਆ your immune system reaction IgE ਤੇ ਇਹ ਸਾਰੇ ਨਾਲੋਂ dangerous ਆ because ਜੇ ਕਿਸੇ ਨੂੰ ਇਹ reaction ਹੋਵੇ ਤਾਂ they have 15 minutes to live ਤੇ ਫਿਰ ਹੈਗੀ ਆ your non-IgE ਤੇ ਇਹ ਵੀ ਐਲਰਜੀ ਆ ਪਰ ਇਹਦੇ ਵਿੱਚ ਆ ਕਿ ਤੁਹਾਡਾ ਇਮਿਊਨ ਸਿਸਟਮ ਨਹੀਂ ਇਨਵੋਲਵਡ ਹੈਗਾ ਫਿਰ ਵੀ ਬੋਡੀ ਰਿਐਕਟ ਕਰਦੀ ਆ but it's not dangerous it's not life threatening ਤੇ ਫਿਰ you've got intolerance ਤੇ intolerance ਉਹ ਆ ਕਿ ਜਦੋਂ ਆਪਾਂ ਕੁਝ ਖਾਂਦੇ ਆ ਤੇ ਆਪਣੀ ਬੋਡੀ ਲਾਈਕ ਨਹੀਂ ਕਰਦੀ ਹੈਗੀ ਤੇ ਉਹਦੇ that's not life threatening ਉਹਦੇ ਨਾਲ you can have diarrhea bloating you can have vomiting stomach pains ਪਰ ਜਦੋਂ ਤੁਸੀਂ ਉਹ ਫੂਡ ਅਵੋਇਡ ਕਰਦੇ ਆ it just goes ਤੇ ਫਿਰ ਹੈਗੀ ਆ ਤੇ ਫਿਰ ਹੈਗੀ ਆ celiac ਤੇ ਉਹ ਹੈਗੀ ਆ disease of the autoimmune system so there's very different ones but a lot of children tend to have mixture ਕਈ ਬੱਚਿਆਂ ਨੂੰ IgE ਵੀ ਆ ਤੇ non-IgE ਵੀ ਆ ਤੇ ਕਈ ਬੱਚਿਆਂ ਨੂੰ ਸਿਰਫ IgE ਆ ਜਿੱਦਾਂ ਹੁਣ ਮੇਰੇ ਐਸ਼ ਨੂੰ ਸਿਰਫ IgE ਆ ਸੋ ਉਹਦਾ ਜਦੋਂ ਉਹਨੂੰ ਰਿਐਕਸ਼ਨ ਹੁੰਦਾ ਉਹਦੇ ਇਮਿਊਨ ਸਿਸਟਮ ਨੂੰ it involves the immune system but you know I don't know if I right to use this word injustice not knowing ਉਹਦਾ ਬੱਚੇ ਦਾ ਹੋਰੀ ਤਰ੍ਹਾਂ ਦਾ ਇਲਾਜ ਹੋ ਰਿਹਾ ਹੈ and it takes long time before actually find ਕਿ ਉਹਨੂੰ ਕੀ ਹੋਇਆ ਹੈ
Yeah. ਤੇ ਉਹਦੇ ਵਿੱਚ ਉਹ ਜਿਹੜਾ ਟਾਈਮ ਵੇਸਟ ਹੁੰਦਾ ਇਹ ਕਾਫੀ ਵਰਸ ਕੰਡੀਸ਼ਨ ਹੋ ਸਕਦੀ ਹੈ ਉਹਦੀ। Yeah, because you know the ਬੱਚੇ ਹੈਗੇ ਆ like from the age of 6 months ਜਿਨ੍ਹਾਂ ਨੂੰ anaphylactic reaction ਹੋਇਆ ਆ ਤੇ anaphylactic reaction ਉਹ ਆ which is the severe reaction ਜਿਹਦੇ ਵਿੱਚ ਜੇ ਤੁਸੀਂ ਕੋਈ food ਖਾਵੋ ਤੁਹਾਡਾ ਗਲਾ ਬੰਦ ਹੋ ਸਕਦਾ, ਤੁਹਾਨੂੰ unconscious ਹੋ ਸਕਦੀ ਆ and ਜਦੋਂ ਉਹ reaction ਹੁੰਦਾ ਤੁਹਾਡੇ ਕੋਲ ਸਿਰਫ 15 minutes ਆ ਦਵਾਈ ਦੇਣ ਨੂੰ ਤੇ ਐਂਬੂਲੈਂਸ ਬੁਲਾਉਣ ਨੂੰ। Oh my God. And this is So why basically life threatening ਹੈ ਨਾ ਫਿਰ। it's life threatening and this is why I feel ਕਿ ਹੁਣ ਕਿਉਂਕਿ ਹੁਣ if we look in the UK ਹੁਣ ਅੱਜ studies ਕਹਿੰਦੀਆਂ ਆ ਕਿ there's 3 million people with at least one allergy. So ਜੇ ਹੁਣ nearly 3 million ਲੋਕਾਂ ਨੂੰ ਆ we've got a question ਕਿ one why is there a rise? ਹਜੇ ਉਹਨਾਂ ਨੂੰ ਪਤਾ ਨਹੀਂ ਆ why there is a rise but also recognizing ਕਿ ਜੇ ਇਹ ਜਿਹਾ ਕੁਝ ਹੋਇਆ ਮੈਂ ਫਿਰ ਕੀ ਕਰਨਾ ਆ in that instance. You know ਤੁਸੀਂ ਹੁਣ ਗੱਲ ਕਰਦੇ ਮੈਨੂੰ ਯਾਦ ਆ ਰਿਹਾ ਮੇਰੀ ਨੀਸ ਅਨੀਸ਼ਾ she is an expert with the allergies test ਵਗੈਰਾ hospitals ਕਰਦੀ ਹੈ but I never had a chance one to talk with her ਜਦੋਂ ਮੈਂ ਉਹਨਾਂ ਨੂੰ ਵਿਜ਼ਿਟ ਕਰਦਾ ਹਾਂ ਉਹਨਾਂ ਨੂੰ ਕਦੀ ਗੱਲ ਕਰੀਦੀ ਹੈ and I know what she does allergy ਦਾ ਟੈਸਟ ਪਰ ਮੇਰੇ ਦਿਮਾਗ 'ਚ ਨਹੀਂ ਹੈ ਕਿ ਇੰਨਾ ਸੀਰੀਅਸ ਸਬਜੈਕਟ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਪਰ ਅਗਰ ਜੇ ਮੈਨੂੰ ਕਹਾਂਗਾ she is very shy I don't think she could come on the TV ਪਰ I'm glad ਹੁਣ ਤੇ ਮੈਨੂੰ ਫੋਰਸ ਕਰਨਾ ਪਏਗਾ ਉਹਨੂੰ ਲੈ ਕੇ ਆਉਣਾ ਪਏਗਾ ਬਹੁਤ ਇੰਪੋਰਟੈਂਟ ਸਬਜੈਕਟ ਹੈਗਾ ਇਹਦੇ ਵਿੱਚ ਮੈਨੂੰ ਦੱਸੋ ਸਾਡੀ ਲੈਕ ਆਫ ਨੌਲੇਜ ਕਿਉਂ ਹੈਗੀ ਸਾਡੀ ਕਮਿਊਨਿਟੀ ਵਿੱਚ। I think there's number of things. ਪਹਿਲੀ ਤਾਂ ਗੱਲ ਆ ਜਿਹੜੀ ਐਲਰਜੀਜ਼ ਆ ਉਹ ਇਨਵਿਜ਼ੀਬਲ ਡਿਜ਼ੀਜ਼ ਆ ਆਪਾਂ ਨੂੰ ਦਿਸਦੀ ਨਹੀਂ ਆ ਤੇ ਜਿਹੜੀ ਕੋਈ ਡਿਜ਼ੀਜ਼ ਆਪਾਂ ਨੂੰ ਦਿਸਦੀ ਨਹੀਂ ਹੁੰਦੀ ਤਾਂ ਫਿਰ ਆਪਾਂ ਕਹਿ ਦਿੰਦੇ ਕਿ ਇਹ ਬਸ ਐਵੇਂ ਆ and I think it's mindset, it's lack of education. ਸਾਡਾ ਧਿਆਨ ਹੀ ਨਹੀਂ ਜਾਂਦਾ ਉਧਰ ਨਾ। No. ਹਨਾ ਪਰ ਮੈਂ ਤੁਸੀਂ ਮੇਰੇ ਨਾਲ ਗੱਲ ਕਰਦੇ ਹੋ I'll be honest because I'm one guy ਜਿਹੜੀ ਨਹੀਂ ਪਤਾ ਮੈਨੂੰ ਨਹੀਂ ਪਤਾ because I put my hand up ਅਸੀਂ ਬਹੁਤ ਲੋਕ ਮੈਂ ਖੁਦ ਵੀ ਨਾ ਅਸੀਂ ਇੱਧਰ ਧਿਆਨ ਨਹੀਂ ਦਿੰਦੇ ਚੀਜ਼ਾਂ ਵਿੱਚ when it can be a life threatening as well. Yeah ਤੇ and you're only ਤੁਸੀਂ ਉਦੋਂ ਹੀ ਧਿਆਨ ਦੋਗੇ ਜਦੋਂ ਤੁਸੀਂ ਉਸ ਸਿਚੁਏਸ਼ਨ 'ਚ ਹੈਗੇ ਹੋ ਜਾਂ you're in that life ਹੁਣ ਜੇ if I look at my childhood I had grass allergy ਪਰ ਉਹ ਮੈਨੂੰ ਹੁਣ ਪਤਾ ਲੱਗਿਆ ਕਿ ਮੈਨੂੰ grass allergy ਹੁੰਦੀ ਸੀਗੀ। Really? Yeah, I've got a dust mite allergy ਕਿਉਂਕਿ you've got food allergies ਫਿਰ ਤੁਹਾਡੇ ਕੋਲ environmental allergies ਵੀ ਆ। The common one ਲੋਕੀ ਜ਼ਿਆਦਾ grass ਤੇ dust ਵਗੈਰਾ ਦੇ ਕਾਰਪਟ ਤੋਂ ਕਰਦੇ ਨੇ asthmatic ਕਰਕੇ ਹੋਗੀ but not like the food allergy ਜਿੱਦਾਂ ਥੋੜੀ life threatening ਹੁੰਦੀ ਹੈ। No. This is amazing honestly because please ਮੈਂ ਬਾਰ-ਬਾਰ ਕਹਿੰਦਾ ਨਾ ਇਹ ਵੀ ਮੈਂ ਕਹਿੰਦਾ ਨਾ no because ਮੇਰਾ ਸ਼ੋਅ ਨਹੀਂ ਹੈਗਾ ਤੁਹਾਡਾ ਆਪਣਾ ਸ਼ੋਅ ਹੈ ਮੇਰੀ ਕੋਸ਼ਿਸ਼ ਹੁੰਦੀ ਹੈ ਜੋ ਤੁਸੀਂ ਗੱਲਾਂ ਸੁਣਦੇ ਹੋ ਤੁਹਾਨੂੰ ਘਰ ਬੈਠੇ ਨੂੰ ਤੁਸੀਂ ਐਜੂਕੇਟ ਤੁਹਾਨੂੰ ਕੋਈ ਕਲੱਬ ਨਹੀਂ ਜਾਣਾ ਪੈਂਦਾ ਕੋਈ ਵਰਕਸ਼ਾਪ ਨਹੀਂ ਜਾਣਾ ਪੈਂਦਾ ਜਿੱਥੇ ਆਪਣੇ ਸੈਮੀਨਾਰ ਵਗੈਰਾ ਕਰਦੇ ਨੇ ਆਪਣੇ ਲੇਡੀਜ਼ ਨੂੰ ਬੱਚਿਆਂ ਨੂੰ ਦੱਸਦੇ ਨੇ ਕਿ ਐਲਰਜੀ ਨੂੰ ਕਿੱਦਾਂ ਤੁਸੀਂ ਫਾਈਂਡ ਕਰ ਸਕਦੇ ਹੋ ਕਿੱਦਾਂ ਤੁਸੀਂ ਬੱਚੇ ਨੂੰ ਪ੍ਰੋਟੈਕਟ ਕਰ ਸਕਦੇ ਹੋ। TV ਔਨ ਕਰੋ ਸਾਡੇ ਚੈਨਲ ਦੇਖੋ ਤੁਹਾਨੂੰ ਹਰ ਤਰ੍ਹਾਂ ਦੀ ਕੋਸ਼ਿਸ਼ ਕਰਾਂਗੇ ਡਿਫਰੈਂਟ ਸਬਜੈਕਟ ਉੱਪਰ ਤੁਹਾਨੂੰ ਅਸੀਂ ਅਵੇਅਰਨੈਸ ਲੈ ਕੇ ਆਈਏ। ਹੁਣ ਇਹਦੇ ਜਿਹਨਾਂ ਦੇ ਸਿੰਪਟਮਸ ਕੀ ਹੈਗੇ ਨੇ? So symptoms very different ਹੈਗੇ ਆ ਹੁਣ ਜੇ IgE ਆ mild symptom ਆ rash ਤੇ hives ਤੇ ਉਹਦੇ ਨਾਲ ਤੁਸੀਂ ਐਂਟੀਹਿਸਟਾਮਿਨ ਦੇ ਸਕਦੇ ਹੋ ਪਰ ਉਹ ਵੀ ਐਂਟੀਹਿਸਟਾਮਿਨ ਦਾ ਕੰਮ ਇਹ ਆ ਕਿ ਉਹ ਸਿਰਫ ਸਿੰਪਟਮ ਨੂੰ ਸਪਰੈਸ ਕਰ ਦਿੰਦੀ ਆ ਉਹ ਇਟਸ ਨੋਟ ਅ ਕਿਉਰ ਤੇ ਇਟ ਡਸਨਟ ਗੈਟ ਰਿਡ ਆਫ ਇਟ ਤੇ ਉਹ ਸਪਰੈਸ ਕਰ ਦਿੰਦੀ ਆ ਪਰ ਫਿਰ ਵੀ ਯੂ ਹੈਵ ਟੂ ਕੀਪ ਐਨ ਆਈ ਔਨ ਯੋਰ ਚਾਈਲਡ ਐਟ ਲੀਸਟ 24 ਘੰਟੇ ਕਿਉਂਕਿ ਜੋ ਅੰਦਰ ਹੋ ਰਿਹਾ ਉਹ ਆਪਾਂ ਨੂੰ ਦਿਸਦਾ ਨਹੀਂ ਆ ਕਿਉਂਕਿ ਉਹਨਾਂ ਦਾ ਬਲੱਡ ਪ੍ਰੈਸ਼ਰ ਲੋ ਹੋ ਸਕਦਾ ਆ ਉਹਨਾਂ ਨੂੰ ਅਨਕੌਂਸ਼ੀਅਸਨੈਸ ਹੋ ਸਕਦੀ ਆ ਤੇ ਫਿਰ ਹੈਗਾ ਆ ਐਨਾਫਿਲੈਕਟਿਕ। ਪਰ ਸੌਰੀ ਇੱਕ ਚੀਜ਼ ਹੈਗੀ ਹੈ ਜਦੋਂ ਉਹਨੂੰ ਰੈਸ਼ ਹੁੰਦੀ ਹੈ ਉਹ ਕੁਛ ਤੇ ਕੁਛ ਅੰਦਰ ਡੈਮੇਜ ਹੋਇਆ ਕਿਉਂਕਿ ਇੰਨੀ ਜਲਦੀ ਬਾਹਰ ਰੈਸ਼ ਆ ਗਈ ਉਹਦੀ because ਉਹ ਤੁਹਾਡਾ ਇਮਿਊਨ ਸਿਸਟਮ ਇਜ਼ ਰਿਐਕਟਿੰਗ ਟੂ that food ਤੇ ਫਿਰ ਉਹ ਕਹਿ ਰਿਹਾ ਲੁੱਕ ਤੂੰ ਮੈਨੂੰ ਤੁਸੀਂ ਕੁਛ ਪਾਇਆ ਮੇਰੀ ਬੋਡੀ 'ਚ I don't like this so it comes out in eczema in hives ਤੇ ਫਿਰ ਜਿਹੜਾ ਐਨਾਫਿਲੈਕਟਿਕ ਰਿਐਕਸ਼ਨ ਆ ਉਹਦੇ ਸਿੰਪਟਮਸ ਹੈਗੇ ਆ ਜਿੱਦਾਂ ਗਲਾ ਬੰਦ ਹੋਣਾ ਤੁਹਾਡੀ ਜੀਭ ਸੁੱਜ ਜਾਂਦੀ ਆ ਤੁਹਾਡੀਆਂ ਅੱਖਾਂ ਸੁੱਜ ਜਾਂਦੀਆਂ ਆ ਤੁਹਾਡਾ ਮੂੰਹ ਸੁੱਜ ਜਾਂਦਾ ਆ ਤੇ ਫਿਰ ਉਹਦੇ ਲਈ ਹੈਗਾ ਆ ਇੱਕ ਡਿਵਾਈਸ ਤੇ 3 ਡਿਵਾਈਸ ਹੁੰਦੇ ਆ ਇੱਕ ਐਪੀਪੈਨ ਆ ਤੇ ਇੱਕ ਐਮਰਾਈਡ ਆ ਤੇ ਇੱਕ ਜੈਟੈਕਸ ਆ ਤੇ ਫਿਰ ਉਹ ਤੁਹਾਨੂੰ ਇੰਜੈਕਟ ਕਰਨਾ ਪੈਂਦਾ ਤੁਹਾਡੇ ਬੱਚੇ ਦੀ ਲੱਤ ਵਿੱਚ ਵੈਰੀ ਕੁਇਕਲੀ ਤੇ ਜੇ ਪਹਿਲਾਂ ਨਹੀਂ ਕੰਮ ਕਰਦਾ then you have to do the second one in the second leg and then call 999 and then take them into hospital ਜਿੱਥੇ ਫਿਰ ਉਹਨਾਂ ਦੀ further treatment ਹੁੰਦੀ ਆ। ਦੇਖੋ ਹੁਣ ਜਦੋਂ ਬੱਚਾ ਹੁੰਦਾ ਤੁਸੀਂ ਯੰਗ ਏਜ ਤੋਂ ਸਟਾਰਟ ਕਰਦਾ ਯੂ ਗੋਇੰ ਟੂ ਟਰਾਈ ਟੂ ਗਿਵ ਦ ਬੈਸਟ ਨਰਿਸ਼ਿੰਗ ਫੂਡ ਦੇਣਾ ਉਹਨੂੰ ਬਿਕਾਜ਼ ਉਹਦੀ ਬੋਡੀ ਬਿਲਟ ਹੋਣੀ ਹੈ ਹਰ ਚੀਜ਼ ਉਹਦੇ ਬੋਨ ਸਟਰੋਂਗ ਕਰਨੀ ਹੁੰਦੀ ਹੈ
then at that time ਤੁਸੀਂ ਨਹੀਂ ਦੇਖਦੇ ਕਿ ਕੀ ਉਹਦੇ ਲਈ ਰਾਈਟ ਹੈਗਾ ਕਿ ਨਹੀਂ ਹੈਗਾ, you try to get the best for the child. ਤੇ ਉਹਦੇ ਜਦੋਂ ਤੁਸੀਂ ਇੱਦਾਂ ਦੀ ਚੀਜ਼ਾਂ ਕਰਦੇ ਹੋ ਉਹਦੇ symptom ਤੁਹਾਨੂੰ ਨਜ਼ਰ ਆਉਂਦੇ, sometimes it's you will not know until it happens to you. Yeah, you won't know. And also ਜੇ ਤੁਹਾਡੇ ਕੋਲ education ਨਹੀਂ ਹੈਗੀ, you won't know. Like ਹੁਣ ਜਦੋਂ you know when I was pregnant with Ash, ਸਾਨੂੰ ਇਹ education ਨਹੀਂ ਦਿੱਤੀ ਗਈ ਸੀਗੀ ਕਿ you know ਕਿ ਬੱਚਿਆਂ ਦੇ ਵਿੱਚ allergies ਵੀ ਹੁੰਦੀਆਂ ਆ. And I was battling with the GP saying ਕਿ there's something wrong. ਉਹ ਤਾਂ ਫਿਰ ਮੇਰੀ ਸਿਰਫ ਉਹ ਮੇਰੀ motherly intuition ਸੀਗੀ ਜਿਹੜੀ ਕਹਿੰਦੀ ਸੀ ਕਿ ਇੱਥੇ ਕੁਝ ਸਹੀ ਨਹੀਂ ਹੈਗਾ, ਪਰ ਫਿਰ then you're battling with the GP ਕਿ ਤੁਸੀਂ ਕੁਝ ਕਰੋ, ਫਿਰ ਉਹ ਨਹੀਂ ਕੁਝ ਕਰਦੇ ਹੈਗੇ. ਫਿਰ it's a lot of mental load on your mental health because ਫਿਰ ਤੁਹਾਡਾ mental health ਵੀ ਹੋ ਜਾਂਦਾ ਆ. It compromises your mental well-being. But you know, not knowing right in the beginning ਤੁਸੀਂ food ਦੇਨੇ ਹੋ, ਉਹਨੂੰ cause ਕੀ ਕਰਦਾ, ਕੀ cause ਹੈਗਾ ਉਹਦਾ? No one knows. ਹਜੇ ਕਿਸੇ ਨੂੰ ਨਹੀਂ ਪਤਾ ਕੀ cause ਆ. There's 3 theories ਤੇ ਹਜੇ ਹੁਣ ਬਹੁਤ studies ਹੋ ਰਹੀਆਂ ਆ. So one theory is ਕਿ antibiotics, ਜੇ ਬੱਚਿਆਂ ਨੂੰ antibiotics early age ਦੇ ਵਿੱਚ ਦਿੱਤੀ ਜਾਵੇ ਤਾਂ ਫਿਰ ਉਹਨਾਂ ਦੇ ਜਿਹੜੇ good antibodies ਆ ਉਹ ਛੇਤੀ ਮਰ ਜਾਂਦੇ ਆ. Second ਆ ਕਿ hereditary, ਜੇ ਤੁਹਾਡੇ ਮਮ ਨੂੰ ਆ ਜਾਂ ਕਿਸੇ ਨੂੰ ਫੈਮਿਲੀ 'ਚ ਆ ਫਿਰ ਚਾਂਸਿਸ ਆ ਕਿ ਤੁਹਾਡੇ ਬੱਚੇ ਨੂੰ ਵੀ ਹੋ ਸਕਦੇ ਆ. ਤੇ third one ਹੁਣ ਜਿੱਥੇ ਬਹੁਤ ਵੱਡੀ ਸਟੱਡੀ ਹੋ ਰਹੀ ਆ is the gut microbiome, ਕਿ ਆਪਣੀ gut microbiome ਕਿ is there a link with allergies and gut microbiome, ਕਿ is there a chance ਕਿ ਆਪਣੇ ਬੱਚਿਆਂ ਦੀ leaky gut ਆ ਤੇ ਫਿਰ through that leaky gut ਉਹ ਜਿਹੜੇ food ਦੇ protein ਆ ਉਹ ਨਿਕਲਦੇ ਆ ਤੇ ਫਿਰ ਉਹਨਾਂ ਨੂੰ reaction ਹੁੰਦਾ and that's why they have allergies. ਪਰ ਹਜੇ ਕੋਈ definite answer ਨਹੀਂ ਹੈਗਾ as to why it's on the rise and ਕਿਉਂ ਹੁੰਦੀਆਂ ਆ. You know, ਤੁਸੀਂ ਦੇਖੋ ਨਾ ਕਿ ਮੈਂ ਬੜਾ ਮੈਡੀਕਲ ਸਬਜੈਕਟ ਵਾਲੇ ਸ਼ੋਅ ਬੜੇ ਲੈ ਕੇ ਆਉਂਦਾ ਹੁੰਦਾ, ਕਿਉਂਕਿ ਜਿਹੜੇ ਬਿਮਾਰੀਆਂ ਹੈਗੀਆਂ ਨਾ honestly ਅਸੀਂ ਲਾਸਟ ਟਾਈਮ ਵੀ ਮੈਂ ਗੱਲ ਕਰਦੇ ਸੀ, there are few ਬਿਮਾਰੀਆਂ, ਬਲੱਡ ਪ੍ਰੈਸ਼ਰ ਹੋਇਆ, ਡਾਇਬੀਟੀਜ਼ ਹੋਈ ਤੇ ਕੋਲੈਸਟਰੋਲ ਹੋਇਆ. ਇਹ ਜਿਨ੍ਹਾਂ ਪਾਸ ਇੱਕ ਤਾਂ ਹੈ ਹੀ ਹਰ ਬੰਦੇ ਪਾਸ ਜਿਹੜੇ ਵੱਡੀ ਉਮਰ ਦੇ ਹੈਗੇ ਨੇ, ਬੜੇ ਅਨਫੋਰਚੂਨੇਟ ਜਿਨ੍ਹਾਂ ਪਾਸ ਤਿੰਨੇ ਦੀ ਤਿੰਨੇ ਹੈਗੀਆਂ ਨੇ. ਯੂ ਨੋ ਤੁਸੀਂ ਮੰਗੋ ਨਾ ਮੰਗੋ ਇਹ ਤਾਂ ਤੁਹਾਨੂੰ ਬਿਮਾਰੀਆਂ ਮਿਲਦੀਆਂ ਨੇ, ਪਰ ਥੀਸ ਆਰ ਦ ਬਿਮਾਰੀਆਂ ਇਫ ਆਈ ਟਾਕ ਬੈਕ ਹੋਮ ਜਦੋਂ ਅਸੀਂ ਅਫਰੀਕਾ ਰਹਿੰਦੇ ਹੁੰਦੇ ਸੀ ਇਹ ਕਦੀ ਨਹੀਂ ਸੀ ਸੁਣਿਆ ਸੀ. No, we've never heard this. And I know, I think ਤੇ ਹੁਣ ਫਿਰ ਜਦੋਂ ਇਹ ਜਿਹੀਆਂ ਬਿਮਾਰੀਆਂ ਆਉਂਦੀਆਂ even like allergies, ਹੁਣ ਜੇ ਤੁਸੀਂ ਦੇਖੋ ਹੁਣ ਜਿੱਦਾਂ like ਮੇਰੇ ਦਾਦਾ ਜੀ ਹੁਣਾਂ ਦੀ ਏਜ ਸੀਗੀ, there was nothing like this. ਜਾਂ ਮੇਰੀ ਮਮ ਦੀ ਜਨਰੇਸ਼ਨ ਕੁਛ ਵੀ ਨਹੀਂ ਇਹੋ ਜਿਹਾ ਸੀਗਾ, but ਹੁਣ everything's changed. ਜਿੱਦਾਂ ਫੂਡ ਬਣਦਾ ਆ, ਜਿੱਦਾਂ ਫੂਡ ਗਰੋ ਹੁੰਦਾ ਆ, ਜਿਹੜੇ ਕੈਮੀਕਲਸ ਯੂਜ਼ ਕਰਦੇ ਆ, these are probably leading to then these illnesses happening. ਤੇ ਹੁਣ ਜੇ you know in this conversation ਮੈਂ ਸਿਰਫ ਐਸ਼ ਦਾ ਐਗਜ਼ਾਮਪਲ ਯੂਜ਼ ਕਰਨਾ ਆ. ਐਸ਼ ਨੇ ਜਿਹੜੀ ਵੀ ਉਹਦੀਆਂ ਐਲਰਜੀਜ਼ ਆ ਉਹਨੇ ਕਦੇ ਉਹ ਫੂਡ ਖਾਦੇ ਨਹੀਂ ਆ, ਉਹਨੂੰ ਸਿਰਫ ਐਕਸਪੋਜ਼ ਹੋਇਆ ਥਰੂ ਮਾਈ ਬ੍ਰੈਸਟ ਮਿਲਕ. ਤੇ ਫਿਰ ਜਦੋਂ ਟੈਸਟਿੰਗ ਹੋਈ ਆ they said ਕਿ ਆਹ ਸਾਰੇ ਫੂਡ ਬੰਦ ਕਰਨੇ ਆ ਐਂਡ ਦੈਨ ਐਵਰੀ ਈਅਰ ਟੈਸਟ ਹੁੰਦੇ ਆ ਤੇ ਫਿਰ ਡਿਪੈਂਡਿੰਗ ਕਿ ਉਹਦਾ ਕੀ ਰਿਜ਼ਲਟ ਆ ਫਿਰ ਉਹ ਕਹੋਗੇ ਓਕੇ ਮੇ ਬੀ ਤੁਸੀਂ ਘਰੇ ਚੈਲੰਜ ਕਰੋ ਜਾਂ ਤੁਸੀਂ ਹਸਪੀਟਲ ਚੈਲੰਜ ਕਰੋ. ਪਰ ਫਿਰ ਉਹ ਤੁਹਾਡੀ that's your conversation ਤੁਹਾਡੇ ਐਲਰਜੀ ਸਪੈਸ਼ਲਿਸਟ ਨਾਲ ਤੇ ਤੁਹਾਡੀ. ਤੁਹਾਨੂੰ ਪਤਾ ਮੈਂ ਜਦੋਂ ਮਦਦ ਜਿਹਦਾ ਵਿਸ਼ ਕਰਦਾ ਸੀਗਾ ਮੈਂ ਉਹ ਸ਼ੇਅਰ ਕਿਹਾ ਸੀ ਨਾ ਕਿ ਮੇਰੀ ਜ਼ਿੰਦਗੀ 'ਚ ਮੈਨੂੰ ਕੋਈ ਗਮ ਨਾ ਹੁੰਦਾ ਜੇ ਮੇਰੀ ਮਾਂ ਨੂੰ ਹੱਕ ਮਿਲਿਆ ਹੁੰਦਾ ਮੇਰੀ ਕਿਸਮਤ ਲਿਖਣ ਦਾ. ਉਹ ਇਹ ਗੱਲ ਦੇਖੋ ਸੱਚੀ ਹੈਗੀ ਆ. ਹੁਣ ਮਾਂ ਕਿਸਮਤ ਨਹੀਂ ਲਿਖ ਸਕਦੀ ਲੇਕਿਨ ਮਾਂ ਨੂੰ ਇੰਨੀ ਕਲੋਜ਼ ਕਿਸਮਤ ਲਿਖਣੀ ਪੈਂਦੀ ਹੈ, ਉਹਨੂੰ ਚੇਂਜ ਕਰਦੀ ਹੈ ਹੌਲੀ ਹੌਲੀ ਐਜ਼ ਦਾ ਬੱਚਾ ਗਰੋਜ਼ ਅਪ. ਜੇ ਤੁਸੀਂ ਉਹ ਸ਼ੇਅਰ ਸੁਣਾਉਂਦੇ ਸੀ I was like oh my god that's 100% right ਕਿਉਂਕਿ you know ਜਿੱਦਾਂ ਹੁਣ ਲਾਈਕ ਮੈਂ ਵੀ ਇੱਕ ਮਾਂ ਆ ਐਂਡ ਜੇ ਮੈਂ ਆਪਣੇ ਬੱਚੇ ਦੀ ਕਿਸਮਤ ਲਿਖ ਸਕਦੀ ਨਾ ਤਾਂ ਮੈਂ ਆਪਣੇ ਬੱਚੇ ਦੀ ਕਿਸਮਤ 'ਚ ਕਦੇ ਵੀ ਨਾ ਪਾਉਂਦੀ. ਲਾਈਕ ਕਿਉਂਕਿ ਮੇਰੇ ਉਹੀ ਗਿਲਾ ਰਹਿ ਗਿਆ ਨਾ. ਦੇਖੋ ਉਹ ਤੁਸੀਂ ਦੇਖੋ ਜਿਹੜਾ ਮੈਂ ਸ਼ੇਅਰ ਆਇਆ ਕਿੰਨਾ ਉਹ ਫੋਰਚੂਨੇਟ ਨਹੀਂ ਟੁਕਿਆ ਕਿ ਮਦਰਸ ਡੇ ਨੂੰ ਵੀ ਅੱਛਾ ਲੱਗਿਆ. ਵਾਟ ਯੂ ਡੂਇੰਗ ਉੱਥੇ ਵੀ ਉਹ ਸ਼ੂਟ ਕੀਤਾ ਦੋਨੋਂ ਪਾਸੇ ਇੱਕ ਮੈਡੀਕਲ ਟਰਮ ਉੱਪਰ ਵੀ ਹੈ. ਕਿਹੜੀ ਮਾਂ ਚਾਹੁੰਦੀ ਕਿ ਮੇਰਾ ਬੱਚਾ ਬੋਰਨ ਹੋਇਆ ਤੇ ਉਹਨੂੰ ਤਕਲੀਫਾਂ ਹੋਣ? ਨੋ ਵਨ. ਕੋਈ ਮਾਂ ਵੀ ਨਹੀਂ ਚਾਹੁੰਦੀ ਨਾ. ਤੇ ਫਿਰ ਆਈ ਥਿੰਕ ਆਲਸੋ ਰੈਕਗਨਾਈਜ਼ ਕਰਨਾ ਬਹੁਤ ਇੰਪੋਰਟੈਂਟ ਆ ਕਿ ਜਦੋਂ ਐਲਰਜੀਜ਼ ਹੁੰਦੀ ਆ ਉਹ ਮਾਂ ਦੇ ਮਨ ਦੇ ਵਿੱਚ ਬਹੁਤ ਡਰ ਹੁੰਦਾ ਬਿਕਾਜ਼ ਜਦੋਂ ਵੀ ਤੁਸੀਂ ਹੁਣ ਘਰੇ ਤਾਂ ਮੈਂ ਸਾਰਾ ਕੁਝ ਕੰਟਰੋਲ ਕਰ ਸਕਦੀ ਆ ਪਰ ਜਦੋਂ ਮੈਂ ਸਟੈਪ ਲਿੱਤਾ ਘਰ ਤੋਂ ਬਾਅਦ ਉਹਦੇ ਬਾਅਦ ਮੇਰੇ ਬੱਚੇ ਦੀ ਲਾਈਫ ਬਾਕੀ ਲੋਕਾਂ ਦੇ ਹੱਥਾਂ ਵਿੱਚ ਆ ਕਿ ਉਹ ਕਿੰਨਾ ਉਹਦਾ ਪ੍ਰੋਟੈਕਟ ਕਰਦੇ ਆ, ਉਹ ਕਿੰਨਾ ਕੀ ਉਹਦੀ ਲੁੱਕ ਆਫਟਰ ਕਰਦੇ ਆ. ਹੁਣ ਜਦੋਂ ਮੈਂ ਐਸ਼ ਨੂੰ ਸਕੂਲੇ ਭੇਜਦੀ ਆ ਮੈਨੂੰ ਨਹੀਂ ਪਤਾ ਜੇ ਮੈਂ ਉਹਨੂੰ ਮਿਲਣਾ ਆ at home at pick up time ਜਦੋਂ ਉਹ ਫੋਨ ਕਾਲ ਆਉਂਦੇ ਆ from the school to say
ਐਸ਼ ਨੂੰ ਰਿਐਕਸ਼ਨ ਹੋਇਆ ਆ, ਜਦੋਂ ਮਨ ਲਾਈਕ ਡਿੱਗਦਾ ਆ, ਮੈਨੂੰ ਨਹੀਂ ਪਤਾ ਮੈਂ ਉਹਨੂੰ ਕਿਹੜੀ ਹਾਲਤ ਵਿੱਚ ਮਿਲਣਾ ਆ। This is amazing, you know, मैं सच कहना पिया देखो मैं पहले भी देखो पहले मदद डे दी मैं ਜਿਹੜੀ ਗੱਲ ਕਰਕੇ ਅਸੀਂ ਅਸੀਂ ਰੱਬ ਨੂੰ ਹਮੇਸ਼ਾ ਮੰਨਦੇ ਆ, ਪੂਜਦੇ ਆ, ਪਾਠ ਕਰਦੇ ਆ, ਅਰਦਾਸ ਕਰਦੇ ਆ। ਇੱਕ ਮਾਂ ਹੈਗੀ ਘਰ ਜੋ ਉਸ ਬਰਾਬਰ ਹੈਗੀ ਹੈ। ਰੱਬ ਨੇ ਇੱਕ ਇੱਦਾਂ ਦੀ ਚੀਜ਼ ਭੇਜੀ ਹੈ ਕਿ ਮੈਂ ਨਹੀਂ ਹੈਗਾ ਉੱਥੇ ਮੈਂ ਇੱਕ ਔਰਤ ਭੇਜੀ ਹੈ। ਚਲੋ ਬੜੇ ਇੰਪੋਰਟੈਂਟ ਗੱਲਾਂ ਅਸੀਂ ਕਰਦੇ ਰਹਾਂਗੇ। ਟਾਈਮ ਬਹੁਤ ਫਾਸਟ ਜਾ ਰਿਹਾ। ਵੁੱਡ ਯੂ ਬਲੀਵ ਕਿ ਹਾਫ ਟਾਈਮ ਹੋ ਗਿਆ ਹੈ ਇਸੋ ਕੋਈ ਹਾਂ ਹਾਲੇ ਤੇ ਅਸੀਂ ਗੱਲਾਂ ਬੜੀਆਂ ਕਰਨੀਆਂ। ਮਤਲਬ ਮੈਂ ਇਹ ਕਹਿੰਦਾ ਨਾ ਕਿ 2 ਘੰਟੇ ਦਾ ਹੋਵੇ ਤਾਂ ਬੜੀਆਂ ਗੱਲਾਂ ਮੈਂ ਫਿਰ ਵੀ ਨਹੀਂ ਪੂਰੀਆਂ ਹੋਣੀਆਂ। ਪਰ ਜਿੰਨਾ ਵੀ ਹੁੰਦਾ ਟਾਈਮ ਬੜਾ ਸ਼ੁਕਰ ਹੈਗਾ, ਬੜਾ ਵੱਡਾ ਪਲੇਟਫਾਰਮ। ਕੋਸ਼ਿਸ਼ ਆਈ ਹੁੰਦੀ ਕਿ ਤੁਹਾਨੂੰ ਤੁਹਾਡੇ ਕੰਨਾਂ ਤੱਕ ਗੱਲ ਪਹੁੰਚੇ। ਜਿੱਥੇ ਵੀ ਤੁਸੀਂ ਦੁਨੀਆ 'ਚ ਬੈਠੇ ਹੋ ਤੁਹਾਡਾ ਭਲਾ ਹੋਵੇ। ਰੱਬ ਨਾ ਕਰੇ ਕਿ ਤੁਹਾਡੇ ਘਰ ਕਿਸੇ ਬੱਚੇ ਨਾਲ ਕੋਈ ਤਕਲੀਫ ਹੋਵੇ। ਅੱਧੀ ਜਿਹੜਾ ਪਹਿਲੀ ਟ੍ਰੀਟਮੈਂਟ ਦਿੱਤੀ ਜਾਂਦੀ ਹੈ ਨਾ ਬੱਚੇ ਨੂੰ, ਦੈਟ ਵਿਲ ਗੋ ਬਿਗ ਟਾਈਮ। ਕਾਫੀ ਹੈਲਪ ਹੁੰਦੀ ਹੈ ਬਿਫੋਰ ਦੀ ਮੈਡੀਕਲ ਟਰਮ ਲਾਈਫ। ਚਲੋ ਪਲੀਜ਼ ਸਟੇ ਟਿਊਨਡ ਇਨ। ਅਸੀਂ ਛੋਟੀ ਜਿਹੀ ਬ੍ਰੇਕ ਲੈ ਕੇ ਹੁਣੇ ਵਾਪਸ ਆਵਾਂਗੇ ਅਤੇ ਹੋਰ ਗੱਲਾਂ ਬੜੀਆਂ ਕਰਨੀਆਂ ਨੇ। ਅਤੇ ਥੈਂਕ ਯੂ ਵੈਰੀ ਮਚ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਵੈਲਕਮ ਬੈਕ ਇਨ ਦ ਸੈਕਿੰਡ ਪਾਰਟ। ਅਗਰ ਤੁਸੀਂ ਹੋਣੀ ਦੇਖਣਾ ਸ਼ੁਰੂ ਕੀਤਾ, ਮੈਂ ਇਹ ਵੀ ਹਮੇਸ਼ਾ ਕਹਿੰਦਾ ਨਾ ਪਲੀਜ਼ ਬਿਗਨਿੰਗ ਤੋਂ ਦੇਖਿਆ ਕਰੋ। ਕਈ ਦਫਾ ਜਿਹੜੇ ਇੰਪੋਰਟੈਂਟ ਗੱਲਾਂ ਨੇ ਬਹੁਤ ਜ਼ਿਆਦਾ ਸੀ ਪਹਿਲਾਂ ਪਾਰਟ ਦੇ ਵਿੱਚ ਹੋ ਜਾਂਦੇ, ਫਿਰ ਬਾਅਦ ਵਿੱਚ ਵੀ ਹੁੰਦੀਆਂ ਨੇ। ਲੇਕਿਨ ਜੇ ਪ੍ਰੋਪਰ ਸੈਂਸ ਦੇਖਣੀ ਤੁਸੀਂ ਸ਼ੋਅ ਦੀ ਬਿਗਨਿੰਗ ਤੋਂ ਦੇਖਿਆ ਕਰੋ ਨਾ। ਬਿਫੋਰ ਆਈ ਗੋਇੰਗ ਫੋਰਵਰਡ ਮੈਂ ਇੱਕ ਬਹੁਤ ਇੰਪੋਰਟੈਂਟ ਬੰਦਾ ਮਲ ਚਹਿਲ, ਮੈਂ ਉਹਦਾ ਸ਼ੁਕਰੀਆ ਕਰਾਂਗਾ ਜੋ ਅੱਜ ਗੈਸਟ ਹੋ ਗਏ। ਉਹਨਾਂ ਦੇ ਥਰੂ ਆਇਆ ਮਲ ਚਹਿਲ ਸਾਡੇ ਨਾਲ ਸ਼ੋਅ ਦੇ ਉੱਪਰ ਆ ਚੁੱਕੀ ਵਿਚਾਰੀ 2-3 ਦਫਾ। ਅਤੇ ਜਦੋਂ ਵੀ ਉਹਨੂੰ ਮੈਂ ਕਿਹਾ ਕਿ ਤੇਰੇ ਪਾਸ ਕੋਈ ਗੈਸਟ ਹੈਗੇ ਮੈਨੂੰ ਦਿਆ ਕਰੋ, ਅੱਜ ਦਾ ਗੈਸਟ ਉਹਦੇ ਥਰੂ ਆਇਆ। ਮਲ ਥੈਂਕ ਯੂ ਸੋ ਮਚ। ਪਲੀਜ਼ ਇਸੇ ਤਰ੍ਹਾਂ ਤੁਸੀਂ ਕੰਮ ਕਰਦੇ ਰਹੋ। ਮੇਰੀ ਲਾਈਫ ਥੋੜ੍ਹੀ ਸਕੱਲੀ ਹੋ ਜਾਂਦੀ ਹੈ ਨਾ। ਹੋਪ ਯੂ ਵਾਚਿੰਗ ਦਾ ਸ਼ੋਅ। ਜੇ ਹੁਣ ਨਾ ਇਹਦੇ ਵਿੱਚ ਯੂ ਨੋ ਜਿਹੜੇ ਆਪਾਂ ਕੀਤੇ ਨੇ, ਤੁਸੀਂ ਮੈਨੂੰ ਬੜਾ ਹੈਰਾਨ ਕੀਤਾ ਕਿ ਲਾਈਫ ਥ੍ਰੈਟਨਿੰਗ ਹੈਗੀਆਂ। ਮੋਸਟ ਡੇਂਜਰਸ ਜਾਂ ਮੋਸਟ ਵਰਸਟ ਕਿਹੜਾ ਹੋ ਸਕਦੀ ਹੈ ਐਲਰਜੀ? ਸਾਰੇ ਫੂਡ ਇੱਕੋ ਜਿਹਾ। ਹਾਂ ਇਹ ਰਿਐਕਸ਼ਨ ਤੇ ਡਿਪੈਂਡ ਕਰਦਾ ਕਿ ਰਿਐਕਸ਼ਨ ਕਿੰਨਾ ਵਰਸ ਹੋ ਜਾਂਦਾ ਆ। ਬੰਦੇ ਤੇ ਡਿਪੈਂਡ ਕਰ ਲਓ। ਨਾਲੇ ਬੰਦੇ ਤੇ ਡਿਪੈਂਡ ਕਰਦਾ ਆ। ਐਂਡ ਕਿਉਂਕਿ ਸਾਰੇ ਮੈਨੂੰ ਪੁੱਛਦੇ ਹੁੰਦੇ ਆ ਕਿ ਐਸ਼ ਦੀ ਕਿਹੜੀ ਜ਼ਿਆਦਾ ਵਰਸ ਆ। ਮੈਂ ਉਹ ਜਵਾਬ ਨਹੀਂ ਦੇ ਸਕਦੀ ਕਿ ਸਾਰੇ ਹੈਗੇ ਨੇ। ਹਾਂ but studies show ਕਿ ਜਿਹੜੀ ਡੇਅਰੀ ਦੁੱਧ ਦੀ ਐਲਰਜੀ ਆ, a lot of people lose their life over that than nuts. ਕਿਉਂਕਿ up until now ਮੇਰੇ ਦਿਮਾਗ ਦੇ ਮੁਤਾਬਿਕ how much knowledge I had nuts, because ਤੁਸੀਂ ਜਿੱਥੇ ਵੀ ਜਾਓ ਨਾ ਰੈਸਟੋਰੈਂਟ 'ਚ ਉੱਥੇ nuts ਦਾ ਜ਼ਿਆਦਾ ਲਿਖਿਆ ਹੁੰਦਾ। nothing but the milk. They do that with the milk as well. Other ingredients ਲਿਖੇ ਹੁੰਦੇ ਨੇ, but nuts is the number one. Seems like it's a deadly thing. No, and I think ਉਹ ਤਾਂ ਆ because so many people have nut allergy. So many people more aware ਕਿ ਉਹਨਾਂ ਨੂੰ ਜ਼ਿਆਦਾ awareness ਆ of nuts, ਪਰ ਜਿਹੜੇ ਬਾਕੀ food ਆ ਉਹਨਾਂ ਨੂੰ ਇੰਨੀ awareness ਨਹੀਂ ਹੈਗੀ ਕਿ you know ਜੇ ਦੁੱਧ ਦੀ ਐਲਰਜੀ ਹੋਵੇ ਤਾਂ ਉਹ ਕਿੰਨਾ ਬੈਡ ਹੋ ਸਕਦਾ ਆ, ਜਾਂ you know ਜਿਹੜੇ ਅੰਡੇ ਦੀ ਐਲਰਜੀ ਆ ਉਹ ਕਿੰਨੀ ਬੈਡ ਹੋ ਸਕਦੀ ਆ। But this is very nice what you said. ਜਿੱਦਾਂ ਮੈਂ ਤੁਹਾਨੂੰ ਪੁੱਛਿਆ, ਤੁਸੀਂ ਵੀ ਕਿਹਾ ਕਿ ਸਾਰੇ ਪੁੱਛਦੇ ਨੇ ਕਿ ਸਾਰਿਆਂ ਨੂੰ ਭੈੜੀ ਡੇਂਜਰਸ ਕਿਹੜੀ ਹੈਗੀ ਆ, but it could be dangerous for one person but not for the other one. It depends on ਇਹ ਰਿਐਕਸ਼ਨ ਤੇ ਡਿਪੈਂਡ ਕਰਦਾ ਹੈ। ਰਿਐਕਸ਼ਨ ਤੇ ਡਿਪੈਂਡ ਕਰਦਾ ਨਾ। ਕਿਉਂਕਿ ਹੁਣ ਜੇ ਤੁਸੀਂ ਦੇਖੋ ਕਈ ਵਾਰੀ ਆਪਾਂ ਸੋਚਿਆ ਜੇ ਆਪਾਂ ਖਾਵਾਂਗੇ ਤਾਂ ਹੀ ਉਹ ਐਲਰਜੀ, ਤਾਂ ਹੀ ਉਹ ਰਿਐਕਸ਼ਨ ਹੋ। ਪਰ ਜੇ ਕਿਸੇ ਦੇ ਹੱਥ 'ਤੇ ਥੋੜ੍ਹਾ ਜਿਹਾ ਵੀ ਬਟਰ ਰਹਿ ਗਿਆ ਅਤੇ ਫਿਰ ਉਹ ਐਸ਼ ਨੂੰ ਛੇੜੂਗੇ, ਐਸ਼ ਦੇ ਸਿੱਧਾ ਹੀ ਰਿਐਕਸ਼ਨ ਹੋ ਜਾਣਾ ਆ ਔਨ ਹਿਜ਼ ਫੇਸ ਔਰ ਐਨੀਵੇਅਰ। ਸੋ ਯੂ ਗੋਟ ਕੰਟੈਕਟ ਰਿਐਕਸ਼ਨ। ਫਿਰ ਤੁਹਾਡੇ ਕੋਲ ਹੈਗੀ ਏਅਰਬੋਰਨ। ਨਾਓ ਨਟਸ ਦੀ ਤਾਂ ਇੰਨੀ ਆ ਬਿਕਾਜ਼ ਜਿਹੜੀ ਨਟਸ ਦੀ ਐਲਰਜੀ ਕਈਆਂ ਨੂੰ ਏਅਰਬੋਰਨ ਹੈਗੀ ਆ, ਅਤੇ ਫਿਰ ਉਹਦਾ ਮਤਲਬ ਹੁੰਦਾ ਕਿ ਜਦੋਂ ਪ੍ਰੋਟੀਨ ਏਅਰ ਦੇ ਵਿੱਚ ਜਾਂਦੀ ਆ ਤਾਂ ਫਿਰ ਉਹ ਆਪਣੇ ਅੰਦਰ ਜਾਂਦੀ ਆ, ਐਂਡ that's why they have a reaction. But how do I know ਕਿ ਮੈਨੂੰ ਐਲਰਜੀ ਹੈ ਕਿਸੇ ਚੀਜ਼ ਦੇ ਨਾਲ? Because ਜੇ ਤੁਹਾਨੂੰ ਐਲਰਜੀ ਹੈਗੀ, so this is where it gets a little bit more complicated. ਜੇ ਤਾਂ ਇਹ IG ਆ where it involves your immune system, ਫਿਰ ਤਾਂ within seconds ਤੁਹਾਡੇ ਧੱਫੜ ਨਿਕਲ ਆਉਣੇ ਆ ਜਾਂ ਤੁਹਾਡੀ ਅੱਖ ਸੁੱਜ ਜਾਣੀ ਆ, like the symptoms I've said in the past, ਕਿ like swollen lips or closing of the throat. ਪਰ ਜੇ non-IG ਆ ਤਾਂ ਫਿਰ ਉਹਦੇ ਨਾਲ ਤੁਹਾਡੇ ਰੈਸ਼ ਹੋ ਸਕਦੀ ਆ, ਉਹਦੇ ਨਾਲ ਵੀ ਹਾਈਵਸ ਹੋ ਸਕਦੇ ਆ, ਉਹਦੇ ਨਾਲ ਵੋਮਿਟਿੰਗ ਵੀ ਹੋ ਸਕਦੀ ਆ, ਅਤੇ ਫਿਰ ਜਿਹੜੀ ਇੰਟੋਲਰੈਂਸ ਆ ਉਹਦੇ ਨਾਲ ਤੁਹਾਨੂੰ ਡਾਇਰੀਆ ਹੋ ਸਕਦਾ। ਸੋ ਸਿੰਪਟਮਸ ਵੈਰੀ ਸਿਮਿਲਰ ਆ, ਬਟ this is where it gets really difficult, ਕਿਉਂਕਿ ਜੇ ਕਿਸੇ ਨੂੰ ਤੁਸੀਂ ਡਾਇਗਨੋਸ ਕਰਨਾ ਹੋਵੇ
you don't know if it's a tolerance or if it's a non-IG because they're very similar. You know, ਤੁਸੀਂ ਆਪਾਂ ਗੱਲ ਕਰਦੇ ਹਾਂ ਜਦੋਂ ਤੁਸੀਂ ਬਿਮਾਰੀਆਂ ਦੀ ਗੱਲ ਕਰੋ ਬੇਸਿਕਲੀ ਦੇਖਿਆ ਜਾਂਦਾ ਤੁਹਾਨੂੰ ਬਿਮਾਰੀ ਉਦੋਂ ਪੈਂਦੀ ਹੈ ਜਦੋਂ ਤੁਹਾਡਾ ਇਮਿਊਨ ਸਿਸਟਮ ਲੋ ਹੁੰਦਾ ਹੈ ਹਾਂਜੀ ਸੇਮ ਥਿੰਗ ਵਿਦ ਐਲਰਜੀ ਤਾਂ ਹੋ ਗਿਆ ਸੇਮ ਚੀਜ਼ ਹੀ ਸੋ ਜਦੋਂ ਇੱਕ ਤਰ੍ਹਾਂ ਦਾ ਨਾ ਬਿਕੋਜ਼ ਜਿਹੜਾ ਤੁਹਾਡੀ ਐਲਰਜੀ ਹੈਗੀ ਇਮਿਊਨ ਸਿਸਟਮ ਵੀਕ ਉਹਨੂੰ ਫਾਈਟ ਨਹੀਂ ਕਰ ਸਕਦੀ so there's so many things ਕਿ ਜੇ ਤੁਹਾਨੂੰ just general cold ਵੀ ਹੋਇਆ ਹੋਵੇ your immune system's low ਤੇ ਤੁਸੀਂ ਇੱਕ ਦਿਨ ਤੁਸੀਂ ਤੁਸੀਂ ਦੁੱਧ ਪੀ ਸਕਦੇ ਹੋ then the next day you can't have it you've got an allergy to it so ਜਿਹੜੀ ਐਲਰਜੀ ਆ ਇਹ ਸਿਰਫ ਬੱਚਿਆਂ ਦੇ ਵਿੱਚ ਵੀ ਨਹੀਂ ਹੁੰਦੀ day one ਇਹ ਆਪਾਂ ਨੂੰ ਕਿਸੇ ਟਾਈਮ ਇਨ ਲਾਈਫ ਟਾਈਮ ਹੋ ਸਕਦੀ ਆ ਲਾਈਕ ਹੁਣ ਜਿੱਦਾਂ ਮੇਰੀ ਮਾਮਾ ਹੁਣ ਉਹਨਾਂ ਨੂੰ lactose intolerance ਆ but up until now she was absolutely fine ਹੁਣ she can't have normal milk she has to go lactose free so yeah it can happen at any age but you know ਜਦੋਂ ਤੁਸੀਂ ਇੱਦਾਂ ਕਰਦੇ ਹੋ ਜੇ ਤੁਸੀਂ ਫੈਮਿਲੀ ਦੀ ਗੱਲ ਕਰੋ one gets annoyed ਤੂੰ ਤਾਂ ਮੈਨੂੰ ਸਾਰੀ ਚੀਜ਼ਾਂ ਤੋਂ ਬੰਦ ਕਰੀ ਜਾਂਦੀ ਹੈ you know this is the first thing they're going to say that yeah but how do you feel but how do you explain how do you bring in awareness कि no hang on a minute this is serious कि मैं ਤੁਹਾਡੇ ਪਿੱਛੇ ਪੈਦਾ ਨਹੀਂ ਕਰ ਰਹੀ ਹਾਂ this can happen and that can happen I think ਜਦੋਂ ਤੁਹਾਨੂੰ ਕੋਈ ਕਹਿੰਦਾ ਆ ਕਿ I have an allergy ਪਹਿਲਾਂ ਤਾਂ be mindful ਕਿ ਤੁਸੀਂ ਕੀ ਕਹਿਣਾ ਉਸ person ਨੂੰ and secondly is get educate ਕਿ ਜੇ ਤੁਹਾਨੂੰ allergies ਦਾ ਨਹੀਂ ਪਤਾ ਹੈਗਾ then you can go online there's Allergy UK there's Anaphylaxis UK there's Natasha's Foundation ਉੱਥੇ ਸਾਰੇ information ਹੈਗੀ ਕਿ allergies ਕੀ ਆ ਨਹੀਂ ਪਰ ਬਹੁਤ ਲੋਕ ਨਹੀਂ ਨਾ ਦੇਖ ਸਕਦੇ ਨਾ A lot of people are not equipped to go to the website ਦੇ ਉੱਪਰ ਜਾਂ ਉਹਨਾਂ ਪਾਸ ਉਹਦੀ ਲੈਪਟਾਪ ਵਗੈਰਾ ਜਾਂ ਫੋਨ ਨਹੀਂ ਯੂਜ਼ ਕਰਦੇ and some people are just got a simple phone ਕਿ ਮੈਨੂੰ ਫੋਨ ਆਵੇ ਜਾਵੇ ਇਕੱਲਾ ਹੋਰ ਨਹੀਂ but this is the show for people like those ਜਿਹੜੇ ਘਰ ਬੈਠੇ ਨੇ ਜਿਨ੍ਹਾਂ ਨੂੰ ਐਕਸੈਸ ਨਹੀਂ ਹੈਗਾ ਇੱਦਾਂ ਦੀ ਫੈਸਿਲਿਟੀ ਦਾ and ਉਹਦਾ ਤਾਂ ਬਹੁਤ ਡਿਫਿਕਲਟ ਉਹਨਾਂ ਨੂੰ ਹੁਣ I'm sure there are not millions of though millions of people are watching it but there are other millions who are not even watching the show so to bring this awareness to the society is not easy. No, it's not, and this is why I think the first step is education. And I think, when like even Ash is growing up, that I think to myself, Kalu, you're going to have to speak up about your allergies. How can we do it? So that's why I'm starting the process of educating our community because unless we educate our community, they're not going to learn, they're not going to know. Hun ਜਦੋਂ ਵੀ Ash ਕਿਸੇ ਨਾਲ ਹੁੰਦਾ, ਉਨ ਹਰੇਕ ਇਨਸਾਨ ਦੀ responsibility ਆ Ash ਦੀ safety. They have to know कि ਉਹਦੀਆਂ allergies ਕੀ ਆ they have to know कि signs ਕੀ ਆ symptoms of a reaction they have to know कि ਕਿੱਦਾਂ treat ਕਰਨਾ ਆ ਤੇ ਕੀ ਕਰਨਾ ਆ in case it's a severe but I must say looking around with the family friends and relatives ਜਿਹਨੇ ਅੱਜ ਕੱਲ੍ਹ young mother they are very very equipped with the latest technology ਦੇ ਨਾਲ ਜਦੋਂ ਬੱਚੇ ਦਾ ਹੁੰਦਾ ਨਾ I've seen a lot of people have been talking even another day there were some guests I had at home ਜਦੋਂ ਤੁਸੀਂ GP ਪਾਸ ਜਾਂਦੇ ਹੋ ਡਾਕਟਰ ਪਾਸ ਜਾਂਦੇ ਹੋ ਮਾਂ ਨੂੰ ਪਤਾ ਲੱਗ ਜਾਂਦਾ ਹੈ 100% ਕਿ ਜੋ ਇਹ ਕਹਿ ਰਿਹਾ ਨਹੀਂ ਬੱਚਾ ਠੀਕ ਨਹੀਂ ਹੈ ਮੇਰਾ ਉਹ ਤੁਹਾਨੂੰ ਕੁਝ ਕਹਿ ਕੇ ਘਰ ਭੇਜ ਦਿੰਦਾ ਕਿ ਜਿੱਦਾਂ ਤੁਸੀਂ ਦੱਸੇ ਸੀ ਉਹਨੂੰ ਕੈਲਪੋ ਦੇ ਦਿਓ ਇਹ ਕਰੋ ਉਹ ਕਰੋ ਦੈਟ ਇਜ਼ ਦ ਫਰਸਟ ਸਟੈਪ ਬੱਚੇ ਨੂੰ ਕੈਲਪੋ ਦੇ ਦਿੰਦੇ ਵੱਡੇ ਨੂੰ ਦੇ ਦਿੰਦੇ ਨੇ ਆਪਣਾ ਆਪਣਾ ਐਂਟੀਬਾਇਓਟਿਕਸ ਦੇ ਦਿੰਦੇ ਨੇ ਉਹਦੇ ਨਾਲ ਫਿਰ ਜਿਹੜੇ ਇੱਕ ਐਂਟੀਬਾਇਓਟਿਕਸ ਹੈਗੇ ਆ ਇਟਸ ਬਿਲੀਵਡ ਕਿ ਉਹਦਾ ਤੁਹਾਡਾ ਪਹਿਲਾਂ ਫਾਈਟ ਕਰਨ ਤੋਂ ਪਹਿਲਾਂ ਲੋ ਇਮਿਊਨ ਸਿਸਟਮ ਲੋ ਕਰ ਦਿੰਦਾ ਹੈ ਹਾਂਜੀ it's true so you're not a winner either way no you're not a winner and I think this is just about again like I say it's about education and then learning how to manage it ਜਦੋਂ ਤੁਹਾਨੂੰ ਇਹ ਇਨਫੋਰਮੇਸ਼ਨ ਪਤਾ ਲੱਗ ਗਈ ਆ ਕਿ ਹੁਣ ਮੈਂ ਇਸ ਤੋਂ ਬਾਅਦ ਕੀ ਕਰ ਸਕਦੀ ਆ ਜਾਂ ਮੈਂ ਕੀ ਕਰ ਸਕਦਾ ਆ to make that life safe for that child ਹੁਣ ਅਸੀਂ ਬਹੁਤ ਸਾਰੇ ਫੂਡਸ ਅਵੋਇਡ ਕਰਦੇ ਹਾਂ ਤੇ ਐਵਰੀ ਈਅਰ ਐਸ਼ ਦੀ ਟੈਸਟਿੰਗ ਹੁੰਦੀ ਆ ਤੇ ਡਿਪੈਂਡਿੰਗ ਔਨ ਕਿ ਉਹ ਟੈਸਟ ਦੇ ਕੀ ਰਿਜ਼ਲਟ ਆਉਂਦਾ ਦੈਨ ਮੈਂ ਟੋਲਡ ਕਿ ਹਸਪੀਟਲ ਇਹ ਚੈਲੰਜ ਹੋਣਾ ਜਾਂ ਤੁਸੀਂ ਘਰੇ ਕਰ ਸਕਦੇ ਹੋ ਬਟ ਯੂ ਕੈਨ ਓਨਲੀ ਮੈਨੇਜ ਇਟ ਦੈਟਸ ਆਲ ਯੂ ਕੈਨ ਡੂ there's a lot of things I really need to know ਬੰਦੇ ਨੂੰ ਲੱਗਦਾ ਹੈ ਕਿ ਮੈਨੂੰ ਪਤਾ ਹੈ ਨਹੀਂ ਪਤਾ ਹੁੰਦਾ ਸਾ honestly you can't learn everything in a day ਰੋਜ਼ ਦੇਖਾ ਕਰੋ ਕੁਛ ਨਾ ਕੁਛ ਨਵਾਂ ਹੁਣ ਇੱਕ ਮੇਰਾ ਸਵਾਲ ਹੈਗਾ I'm sure ਕਿ she gonna like that ਅਗਰ ਤੁਹਾਨੂੰ ਕਿਸੇ ਤੁਸੀਂ ਫਾਈਂਡ ਕਰ ਲਿਆ ਕਿ ਬੱਚੇ ਨੂੰ ਵੱਡੇ ਨੂੰ ਕਿਸੇ ਨੂੰ ਉਹਦੀ ਐਲਰਜੀ ਹੈਗੀ ਹੈ ਕਿਸੇ ਫੂਡ ਦੀ now is that permanent or can that be reversed so ਜੇ ਤਾਂ ਛੋਟੇ ਬੱਚਿਆਂ ਨੂੰ ਹੋਵੇ then there's chances ਕਿ by adult age ਕਿ ਉਹਨਾਂ ਦੀ outgrow ਹੋ ਸਕਦੀ ਹੈ how can you do that You can't. You have to avoid it and just wait on your testing all the time. So harek saal, like I said, कि Ash दी testing हुंदी आ,
ਫਿਰ ਉਹ ਰਿਜ਼ਲਟ ਡਿਟਰਮਿਨ ਕਰਦਾ ਕਿ ਜੇ ਅਸੀਂ ਉਹ ਫੂਡ ਚੈਲੰਜ ਕਰ ਸਕਦੇ ਹਾਂ। ਜੇ ਅਸੀਂ ਚੈਲੰਜ ਕਰ ਸਕਦੇ ਹਾਂ ਤਾਂ ਫਿਰ ਉਹ ਹਸਪੀਟਲ ਦੇ ਵਿੱਚ ਹੁੰਦੀ ਆ, ਜਿੱਥੇ ਉਹ ਐਸ਼ ਨੂੰ ਥੋੜਾ ਦਿੰਦੇ ਆ ਖਾਣ ਲਈ, ਪਰ ਉਹਦਾ ਬਲੱਡ ਪ੍ਰੈਸ਼ਰ, ਉਹਦੀ ਹਾਰਟ ਰੇਟ, ਉਹਦੀ ਪਲਸ ਸਾਰਾ ਕੁਝ ਮੋਨੀਟਰ ਹੁੰਦਾ ਆ। ਅੱਛਾ, ਉੱਥੇ ਦੇ ਟਰਾਈ, ਸੋ ਬੇਸਿਕਲੀ ਦੇ ਹੈਵ ਟੂ ਟਰਾਈ ਅਗੇਨ ਲਿਟਲ ਬਿਟ ਕਿ ਉਹਦੀ ਰੈਜ਼ਿਸਟੈਂਸ ਵੱਧ ਗਈ ਹੈ, ਇਮਿਊਨ ਸਿਸਟਮ ਕਿ ਨਹੀਂ ਵਧੀ ਹੈ। ਤੇ ਫਿਰ ਜੇ ਕੋਈ ਫਰਕ ਨਹੀਂ ਆ ਦੈਨ ਦੇ ਵਿਲ ਸੇ ਕਿ ਯੂ ਨੋ ਹੁਣ ਅਸੀਂ ਕੁਝ ਨਹੀਂ ਕਰਨਾ ਹੈਗਾ ਫॉर another year, carry on with your life avoiding these foods, and next year ਜਦੋਂ ਫਿਰ ਅਸੀਂ ਮਿਲਾਂਗੇ we'll do the test, ਫਿਰ ਡਿਪੈਂਡ ਕਰਦਾ ਕਿ ਕੀ ਰਿਜ਼ਲਟ ਆ। ਪਰ ਜਿਹੜੀ ਇੰਟੋਲਰੈਂਸ ਲਈ ਆ, ਇੰਟੋਲਰੈਂਸ ਲਈ ਇਹ ਟੈਸਟਿੰਗ ਨਹੀਂ ਹੈਗੀ। ਇੰਟੋਲਰੈਂਸ ਲਈ ਆ you avoid the food and that's it. You being a mother, ਹਾਂਜੀ certain product ਹੈਗਾ, ਕੋਈ ਫੂਡ ਐਲਰਜੀ ਤੁਹਾਡੇ son ਨੂੰ ਹੈਗੀ ਹੈ, yeah would you be fighting ਕਿ ਇਹ ਬੰਦੇ ਨੂੰ ਐਲਰਜੀ ਖਤਮ ਹੋ ਜਾਵੇ, ਮੈਨੂੰ ਟੈਸਟ ਕਰਦੀ ਰਹਾਂ, would you quite happy to go with it? No, it's too dangerous. It is, no? Yeah, you would not can't. take. ਤੇ ਫਿਰ I think this is where it becomes difficult, because ਜਦੋਂ ਤੁਸੀਂ ਫਿਰ ਆਪਾਂ ਆਪਣੀ ਕਮਿਊਨਿਟੀ ਨੂੰ ਦੱਸਦੇ ਆ, ਜਦੋਂ ਹੁਣ ਅਸੀਂ ਗੁਰਦੁਆਰੇ ਜਾਂਦੇ ਆ ਫॉर ਐਗਜ਼ਾਮਪਲ, ਤੇ ਫਿਰ ਸਾਨੂੰ ਦੱਸ ਲਾਈਕ ਐਸ਼ ਤੇ ਬਹੁਤ ਲੁੱਕ ਆਫਟਰ ਕਰਨਾ ਪੈਂਦਾ ਆ, because there's food in the ਲੰਗਰ hall everywhere. ਤੇ ਫਿਰ you have to, ਜਦੋਂ ਫਿਰ ਅਸੀਂ we tell people, we have to tell everyone ਕਿ ਪਲੀਜ਼ ਆਪਦੇ ਹੱਥ ਮੇਕ ਸ਼ੋਰ ਤੁਹਾਡੇ ਹੱਥ ਧੋਤੇ ਹੋਇਆ ਬਿਫੋਰ ਯੂ ਟੱਚ ਐਸ਼। ਪਲੀਜ਼ ਕਿ ਯੂ ਮੇਕ ਸ਼ੋਰ ਕਿ ਆਹ ਫੂਡ ਨਹੀਂ ਆ। ਜਦੋਂ ਵੀ ਅਸੀਂ ਕਿਤੇ ਜਾਂਦੇ ਆ we have to clean the whole area down before Ash can sit on that chair, because ਥੋੜਾ ਵੀ can cause him allergic reaction. You know, ਦੇਖੋ ਤੁਸੀਂ ਮਾਂ ਦਾ ਰੋਲ ਦੇਖੋ, ਤੁਸੀਂ ਲਾਈਫ ਦੇ ਵਿੱਚ ਪਿਓ ਪ੍ਰੋਵਾਈਡਰ ਹੈ, ਉਹ ਪ੍ਰੋਵਾਈਡ ਕਰਦਾ ਹੈ ਹਰ ਤਰੀਕਾ, ਕੰਫਰਟ, ਰੂਫ ਓਵਰ ਦਾ ਹੈਡ, ਜੋ ਵੀ ਉਹਨਾਂ ਦਾ ਫਾਈਨੈਂਸ਼ੀਅਲ ਹੁੰਦਾ, ਆਪਣਾ ਦਿਨ ਰਾਤ ਕੰਮ ਕਰਕੇ, ਬੇਸ਼ੱਕ ਦੇ ਉਹਦੇ ਲੱਤਾਂ ਦੁਖਣ, ਉਹਦਾ ਬੈਕ ਦੁਖੇ, ਉਹਦੇ ਹੱਥ ਫਟ ਜਾਣ, ਸਕਿਨ ਦਾ ਕੁਝ ਵੀ ਹੋ ਜਾਏ ਉਹਦਾ ਹਾਲ, ਬਰਸਾਤ ਵਿੱਚ, ਧੁੱਪ ਵਿੱਚ, ਹਰ ਮੌਸਮ ਵਿੱਚ ਬਾਹਰ ਜਾ ਕੇ ਉਹ ਪ੍ਰੋਵਾਈਡ ਕਰਦਾ। ਮਾਂ ਬੱਚਿਆਂ ਨੂੰ ਰੱਖਦੀ ਹੈ। ਜਦੋਂ ਮੈਂ ਕਿੰਨੀ ਦਫਾ ਚਾਹੁੰਦਾ, ਜਦੋਂ ਰੱਬ ਨੇ ਮਾਂ ਨੂੰ ਇੰਨੀ ਸ਼ਕਤੀ ਦਿੱਤੀ, ਉਹਨੂੰ ਪਛਤਾਉਂਦਾ ਹੋਣਾ ਕਿ ਮਾਂ ਜਿੱਦਾਂ ਕਹਿੰਦੇ ਕਿ ਮਾਂ ਦੇ ਕਦਮਾਂ 'ਚ ਜੰਨਤ ਹੈ ਨਾ, ਇਹ 'ਚ ਹਕੀਕਤ ਹੈ। ਅਗਰ ਤੁਸੀਂ ਮੰਨੋ ਤਾਂ ਹੈਗੀ ਜੰਨਤ, ਉਹਨੂੰ ਕਰਕੇ ਦੇਖੋ। ਮੇਰਾ ਆਪਣਾ ਖੁਦ ਦੇਖੋ, ਮੈਂ ਨਹੀਂ ਕਹਿੰਦਾ ਕਿ ਹੋਏਗਾ ਨਹੀਂ ਹੋਏਗਾ, ਆਪਣਾ ਵਿਸ਼ਵਾਸ ਹੁੰਦਾ। ਅਗਰ ਤੁਸੀਂ ਕਿੰਨੀ ਵੀ ਪੂਜਾ ਕੁਝ ਵੀ ਕਰ ਲਓ, ਪਾਠ ਕਰ ਲਓ, ਅਗਰ ਤੁਸੀਂ ਮਾਂ ਪਿਓ ਨੂੰ ਸੁਖੀ ਨਹੀਂ ਰੱਖਦੇ ਨਾ, ਉਹ ਕਬੂਲ ਨਹੀਂ ਹੋਏਗੀ, ਕਦੇ ਕਬੂਲ ਨਹੀਂ ਹੋਏਗੀ। ਮੇਰਾ ਆਪਣਾ ਐਕਸਪੀਰੀਅੰਸ ਹੈ। ਅਗਰ ਤੁਸੀਂ ਬਗੈਰ ਮਾਂ ਪਿਓ ਦੀ ਸੇਵਾ ਕਰਕੇ ਤੁਹਾਡੀ ਅਰਦਾਸ ਕਬੂਲ ਹੁੰਦੀ ਹੈ, ਬੜੇ ਕਿਸਮਤ ਵਾਲੇ ਹੋ, ਲੱਗੇ ਰਹੋ ਉਸੇ ਰਸਤੇ ਵਿੱਚ, ਤਾਂ ਤੁਹਾਡੀ ਮਰਜ਼ੀ ਹੈ ਜਿੱਥੇ ਤੁਸੀਂ ਕਰਨਾ ਹੈ। ਪਰ ਇੱਕ ਗੱਲ ਹੈਗੀ ਹੈ, ਯੂ ਨੋ ਓਨੈਸਟਲੀ, ਮਾਂ ਇਟ ਪਲੇਜ਼ ਅ ਵੰਡਰਫੁਲ ਜੌਬ, ਰੀਅਲੀ ਕਰਨਾ ਪਿਆ। ਮੈਂ ਸਲੂਟ ਕਰਦਾ ਅੱਜ ਤੋਂ ਨਾਲ ਗੱਲ ਕਰਕੇ। ਬੜੀਆਂ ਗੱਲਾਂ ਪਤਾ ਹੁੰਦਾ ਕਿ ਮਾਂ ਪਹਿਲਾਂ 9 ਮਹੀਨੇ ਬੱਚੇ ਨੂੰ ਕੈਰੀ ਕਰਦੀ ਹੈ, ਇੱਕ ਉਹ ਬੱਚੇ ਦੀ, ਉਹਦਾ ਸਾਹ ਦਾ, ਉਹਦਾ ਬਿਹੇਵੀਅਰ ਦਾ, ਬੱਚਾ ਕੀ ਕਰਦਾ, ਮਾਂ ਇੱਕ ਚੀਜ਼ ਸੈਕੋਪੈਥ ਉਹਦੇ ਨਾਲ ਹੋ ਜਾਂਦੀ ਹੈ, ਟੱਚ ਯੂ ਨੋ ਪੜ੍ਹ ਲੈਂਦੀ ਹੈ, ਉਹਨੂੰ ਸਿਕਸ ਸੈਂਸ ਹੋ ਜਾਂਦੀ ਹੈ ਨਾ ਉਹਦੀ, ਹੋ ਜਾਂਦੀ ਆ। ਐਂਡ ਆਈ ਥਿੰਕ ਕਿ ਫਿਰ ਜਦੋਂ ਉਹ ਬੱਚਾ ਮੂਵ ਨਹੀਂ ਹੁੰਦਾ, ਐਂਡ ਦ ਮਦਰਸ ਲਾਈਕ ਇਹ ਮੇਰਾ ਬੇਬੀ ਮੂਵ ਕਿਉਂ ਨਹੀਂ ਹੁੰਦਾ, ਐਂਡ ਯੂ ਆਰ ਸਟ੍ਰੇਟ ਡਾਊਨ ਦੈਟ ਹਸਪੀਟਲ, ਐਂਡ ਯੂ ਥਿੰਕ, you know, I think the day I fell pregnant, everything changed. Like there was this connection, and ਮੇਰੀ ਪ੍ਰੈਗਨੈਂਸੀ ਇੰਨੀ ਹੈਲਥੀ ਸੀਗੀ, ਐਵਰੀਥਿੰਗ ਘਰ ਦਾ ਬਣਿਆ ਹੋਇਆ ਖਾਂਦੀ ਸੀ, ਬਾਹਰੋਂ ਨਹੀਂ ਮੈਂ ਖਾਂਦੀ ਸੀਗੀ, ਮੇਰੀ ਈਟਿੰਗ ਹੈਬਿਟਸ ਸਾਰੀ ਚੇਂਜ ਹੋ ਗਈ ਸੀ। ਅਤੇ ਪਲਾਨ ਤਾਂ ਸਿਰਫ ਇਹੀ ਸੀਗਾ ਕਿ ਯੂ ਨੋ ਐਸ਼ ਨਾਲ ਸਾਲ ਘਰੇ ਰਹਿ ਕੇ ਦੈਨ ਆਲ ਗੋ ਬੈਕ ਟੂ ਵਰਕ। ਪਰ ਫਿਰ ਜਦੋਂ ਐਸ਼ ਨੂੰ ਐਲਰਜੀਜ਼ ਹੋ ਗਿਆ, ਦੈਨ ਆਈ ਰੀਅਲਾਈਜ਼ ਕਿ ਐਕਚੁਅਲੀ ਮੈਂ ਕਿਸੇ ਹੋਰ ਨੂੰ ਨਹੀਂ ਟਰਸਟ ਕਰ ਸਕਦੀ ਉਹਦੀ ਲੁੱਕ ਆਫਟਰ ਕਰਨ ਨੂੰ, ਬਿਕਾਜ਼ ਕਿਸੇ ਤੋਂ ਮਿਸਟੇਕ ਹੋ ਜਾਣੀ ਆ, ਕਿਉਂਕਿ ਮੇਰੇ ਤੋਂ ਵੀ ਹੋਈਆਂ ਇਨ ਦ ਪਾਸਟ, ਨੋਟ ਦੈਟ ਆਈ ਹੈਵਨਟ, ਪਰ ਉਹ ਹੋਈਆਂ ਇਨ ਅ ਰਸ਼, ਕਿ ਜਦੋਂ ਤੁਸੀਂ ਯੂ ਨੋ ਜਦੋਂ ਤੁਸੀਂ ਰਸ਼ ਕਰਕੇ ਸ਼ੋਪਿੰਗ ਕਰਦੇ ਹੋ ਅਤੇ ਫਿਰ ਚੱਕ ਕੇ ਐਵਰੀ ਫੂਡ ਤੁਸੀਂ ਚੱਕ ਕੇ ਉਹਨੂੰ ਪੜ੍ਹਦੇ ਹੋ, ਐਂਡ ਦੈਨ ਇਟਸ ਸੋ ਈਜ਼ੀ ਐਲਰਜਨ ਨੂੰ ਮਿਸ ਕਰਨਾ, ਕਿਉਂਕਿ ਉਹ ਬਹੁਤ ਛੋਟੇ ਲਿਖੇ ਹੁੰਦੇ ਆ। ਯੂ ਨੋ ਹੁਣ ਜਦੋਂ ਅਸੀਂ ਜਾਂਦੇ ਆ ਐਵਰੀ ਟਾਈਮ, ਭਾਵੇਂ if it's cosmetics, ਜਿੱਦਾਂ creams, makeup, shampoos, ਸਾਰੀਆਂ ਚੀਜ਼ਾਂ ਚੈੱਕ ਕਰਨੀਆਂ ਪੈਂਦੀਆਂ, ਬਿਕਾਜ਼ ਕਈ ਵਾਰੀ ਸ਼ੈਂਪੂਆਂ ਦੇ ਵਿੱਚ ਵੀ ਆਟਾ ਪਾਇਆ ਹੁੰਦਾ। Did you know this? Really? Yeah. You have hand wash, ਜਿਹਦਾ ਦੇ ਵਿੱਚ ਬਦਾਮ ਦਾ oil ਹੁੰਦਾ। So all those ਚੀਜ਼ਾਂ, so it's not just ਕਿ ਤੁਸੀਂ ਕਿ ਉਹਨੂੰ food allergies are and that's it, ਕਿ ਤੁਸੀਂ ਉਹਨੂੰ avoid ਕਰ ਲਓ, but there's so many more things involved ਕਿ ਕਿਸੇ ਹੋਰ ਨੂੰ ਕਦੇ ਨਹੀਂ ਪਤਾ ਲੱਗੂਗਾ until I speak about it, ਜਾਂ until they have to look after Ash. ਪਰ ਇੱਕ ਚੀਜ਼ ਦਾ ਬੜਾ ਦੁੱਖ ਹੁੰਦਾ ਮੈਨੂੰ, honestly, ਮੈਂ ਦੇਖ ਕੇ ਤੁਹਾਡੇ ਗੱਲਾਂ ਸੁਣ ਕੇ ਨਾ ਮੈਂ ਬਹੁਤ ਟੱਚ ਹੋ ਗਿਆ
ਕਿ ਇੱਕ ਇਨਸਾਨ ਆਪਣੀ ਮਾਂ ਨੂੰ ਕਿਸ ਤਰ੍ਹਾਂ ਇੱਕ ਸਾਲ ਦੇ ਵਿੱਚ ਯਾਦ ਨਹੀਂ ਕਰ ਸਕਦਾ। ਮਦਰਸ ਡੇ 'ਤੇ ਉਦੋਂ ਸਪੈਸ਼ਲੀ ਵਿਜ਼ਿਟ ਨਹੀਂ ਕਰ ਪਾਇਆ, ਮਮ ਮੈਂ ਕੰਮ 'ਤੇ ਸੀਗਾ, ਮੈਂ ਇਹ ਸੀਗਾ, ਮੈਂ ਉਹ ਸੀਗਾ। ਯਾਰ ਇੱਕ ਦਿਨ ਮਾਂ ਨੇ ਤੁਹਾਨੂੰ ਦਿਨ ਰਾਤ ਤੁਹਾਨੂੰ ਪਾਲਿਆ ਹੈ, ਭੁੱਖੀ ਰਹਿ ਕੇ ਗਿੱਲੀ ਜਗ੍ਹਾ 'ਤੇ ਸੌਂ ਕੇ ਜੋ ਕਹਿੰਦੇ ਨੇ ਕੀਤਾ ਉਹਦੇ ਲਈ। ਉਹ ਬੱਚੇ ਨੂੰ ਦੇ ਦਿੱਤਾ, ਆਪਣਾ ਖਾਣ ਦਾ ਟਾਈਮ ਲੱਗਿਆ ਨਹੀਂ ਲੱਗਿਆ ਕੋਈ ਫਰਕ ਨਹੀਂ ਪਿਆ। ਕਿੰਨਾ ਕੁਝ ਤੁਸੀਂ ਸੈਕਰੀਫਾਈਸ ਕਰਦੇ ਹੋ, ਆਪਣਾ ਟਾਈਮ, ਆਪਣੀ ਨੀਂਦ, ਆਪਣੀ ਹੈਲਥ, ਆਪਣਾ ਹਰ ਚੀਜ਼ ਬੱਚੇ 'ਤੇ ਤੁਸੀਂ ਦਿੰਦੇ ਹੋ। ਬੱਚੇ ਕਿੱਦਾਂ ਭੁੱਲ ਜਾਂਦੇ ਨੇ? ਹਕਮ ਦੇ ਉਹਨਾਂ ਦੇ ਦਿਮਾਗ 'ਚ ਕਿਉਂ ਨਹੀਂ ਗੱਲ ਜਾਂਦੀ? ਜੋ ਇਹਨੇ ਦੱਸਿਆ ਤੁਹਾਨੂੰ ਹਰ ਮਾਂ ਇੱਦਾਂ ਕਰਦੀ ਹੈ, ਮੈਜੋਰਿਟੀ ਮਾਂ 99.9 ਇੱਦਾਂ ਹੀ ਕਰਦੀਆਂ ਨੇ। ਮੈਨੂੰ ਨਹੀਂ ਲੱਗਦਾ ਜਿਹੜੀ 0.1% ਹੈ ਕਿ ਉਹ ਨਹੀਂ ਕਰਦੀ ਹੋਣੀ ਹੈ, ਵਨ ਵੇ ਉਹਦੇ ਅਦਰ ਕਰਦੀਆਂ ਨੇ। ਜਿੰਨੀ ਕੋਲ ਉਹਨਾਂ ਨੂੰ ਨੌਲੇਜ ਹੈ, ਜਿੰਨਾ ਕੋਲ ਉਹਦੇ ਪਾਸ ਐਜੂਕੇਸ਼ਨ ਹੈਗੀ, ਉਹਦੇ ਹਿਸਾਬ ਨਾਲ ਉਹ ਕਰਦੀ ਹੋਣਗੀਆਂ ਜ਼ਰੂਰ। ਇਨਕ੍ਰੈਡੀਬਲ ਓਨੈਸਟਲੀ ਦੁੱਖ ਹੁੰਦਾ ਪਿਆ ਜੋ ਬੱਚੇ ਨਾ ਮਾਂ ਪਿਓ ਦੀ ਇੱਦਾਂ ਨਹੀਂ ਕਰਦੇ ਪਏ। ਓਨੈਸਟਲੀ ਬਹੁਤ ਦੁੱਖ ਹੁੰਦਾ ਪਿਆ। ਹੁਣ ਸਾਡੇ ਮਾਵਾਂ ਨੇ ਕੀਤਾ ਉਹ ਦੂਸਰਾ ਤਰੀਕਾ ਸੀਗਾ, ਪੁਰਾਣਾ ਸੀਗਾ। ਉਦੋਂ ਇੱਦਾਂ ਦੀ ਬਿਮਾਰੀਆਂ ਨਹੀਂ ਸੀਗੀਆਂ, ਲੇਕਿਨ ਉਹਨਾਂ ਨੂੰ ਮਾਵਾਂ ਨੂੰ ਇੰਨਾ ਪਤਾ ਹੁੰਦਾ ਸੀਗਾ ਜੇ ਬੱਚੇ ਦਾ ਢਿੱਡ ਦੁਖਦਾ ਉਹਨੂੰ ਕੀ ਦੇਣਾ, ਜੇ ਉਹਨੂੰ ਟਾਇਲਟ ਨਹੀਂ ਆਈ ਉਹਨੂੰ ਕੀ ਕਰਨਾ ਹੈਗਾ। ਦੇਸੀ ਉਹਨਾਂ ਪਾਸ ਬੜਾ ਹੁੰਦਾ ਸੀਗਾ, so much ਦੇਸੀ ਇਲਾਜ ਬਹੁਤ ਹੁੰਦਾ ਸੀਗਾ in those days। ਫਿਰ ਨਾ ਬੱਚਿਆਂ ਦੀ ਮਾਲਿਸ਼ ਕਰਦੇ ਹੁੰਦੇ ਸੀਗੇ, ਧੁੱਪੇ ਪਾ ਕੇ ਕਹਿੰਦੇ ਹੱਡੀਆਂ ਸਟਰੋਂਗ ਹੋਣਗੀਆਂ, ਇਹਨੂੰ ਦੁੱਧ ਪਿਲਾਓ ਇਹਦੀ ਹੱਡੀ। they knew ਕਿ ਉਹ ਕੀ ਕਰਨਾ ਚਾਹੀਦਾ ਉਦੋਂ ਵੀ। They did। ਅਨਪੜ੍ਹ ਮਾਵਾਂ ਸੀ ਸਾਰੀਆਂ। ਅਸੀਂ ਮੈਂ ਅਨਪੜ੍ਹ ਲਫ਼ਜ਼ ਯੂਜ਼ ਨਹੀਂ ਕਰਨਾ ਚਾਹੁੰਦਾ। ਅਨਪੜ੍ਹ ਪੜ੍ਹਾਈ ਦੇ ਵਿੱਚ ਉਹਦਾ ਬਹੁਤ ਪੜ੍ਹੀਆਂ ਸੀਗੀਆਂ ਐਕਸਪੀਰੀਅੰਸ ਵਾਈਜ਼। and I think over time it's all changed ਕਿਉਂਕਿ ਹੁਣ like ਜਦੋਂ ਮੈਂ actually look after ਕਰਦੀ ਹਾਂ, I do it in a very different way to someone else might do it in a very different way। actually ਕਦੇ ਮਾਲਿਸ਼ ਨਹੀਂ ਹੋਈ because he had allergies to every single nut। ਤੇ ਸਾਰੇ ਜੇ ਆਪਾਂ ਤੇਲ ਵੀ ਦੇਖਾਂਗੇ ਜਿਹੜੀ ਮਸਾਜ ਦੇ ਆ, ਆਪਾਂ ਕਿਹੜੇ ਯੂਜ਼ ਕਰਦੇ ਆ? ਇੰਡੀਆ ਦੇ ਵਿੱਚ ਆਲਮੰਡ ਆਇਲ ਯੂਜ਼ ਕਰਦੇ ਆ ਬੋਡੀ ਮਸਾਜ ਕਰਨ ਨੂੰ ਕਿ ਹੱਡੀਆਂ ਤੰਦਰੁਸਤ ਹੋਣ। but we had to remove all of that। we couldn't do it। ਸਾਰੀ ਬਿਮਾਰੀ ਜਿੱਦਾਂ ਫੂਡ ਗਰੋ ਕੀਤਾ ਜਾਂਦਾ ਉੱਥੇ ਸਟਾਰਟ ਹੋਈ ਨਾ ਸਾਰਾ। ਕਿੱਦਾਂ ਦੀ ਕੈਮੀਕਲ। I think ਅੱਜ we have to question ਕਿ ਫੂਡ ਕਿੱਦਾਂ ਬਣਦਾ ਆ। we have to question ਕਿ ਸਾਡੀ ਈਟਿੰਗ ਹੈਬਿਟਸ ਕੀ ਆ, ਤੇ look at more healthy eating ways ਕਿ ਉਹ ਘਰੇ ਬਣਿਆ ਹੋਵੇ। ਬਿਲਕੁਲ। ਹੁਣ ਇੱਕ ਸਵਾਲ ਹੈਗਾ ਮੇਰੇ ਪਾਸ ਕਿ ਤੁਸੀਂ how would you make a change ਹੈ? ਜਿਹੜਾ ਤੁਸੀਂ ਮੇਰਾ ਜਵਾਬ ਦੇਣਾ ਇਸ ਕੁਐਸਚਨ ਦਾ, ਬਟ ਐਟ ਦ ਸੇਮ ਟਾਈਮ ਬਿਫੋਰ ਵੀ ਰਨ ਆਊਟ ਆਫ ਟਾਈਮ ਮੈਂ ਚਾਹਾਂਗਾ ਕਿ ਤੁਸੀਂ ਆਡੀਅנס ਨੂੰ, ਅਗਰ ਕਿਸੇ ਦੇ ਘਰ ਬੱਚੇ ਦੇ ਹੋਵੇ, ਜੋ ਵੀ ਤੁਸੀਂ ਐਡਵਾਈਸ ਦੇਣੀ ਚਾਹੁੰਦੇ ਹੋ, ਮੇ ਵੀ ਕਿਸੇ ਨੂੰ ਹਿੱਟ ਕਰੇਗੀ ਅੱਛੀ ਤਰ੍ਹਾਂ, ਕਿਸੇ ਬੱਚੇ ਦੀ ਜਾਨ, ਕਿਸੇ ਬੰਦੇ ਦੀ ਜਾਨ ਬਚ ਸਕਦੀ ਹੈ ਬਿਫੋਰ ਦੇ ਸਟਾਰਟ ਪੈਨਿਕਿੰਗ ਕਿ ਕੀ ਹੋਣਾ ਕੀ ਨਹੀਂ ਕਿੱਦਾਂ। ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਪਹਿਲਾਂ 15 ਮਿੰਟ ਹੁੰਦੇ ਨੇ, ਕੀ ਕਰਨਾ ਚਾਹੀਦਾ। ਲਾਈਕ ਯੂ ਟੂ ਰਨ ਥਰੂ ਦੈਟ ਅਗੇਨ। ਯੂ ਕੈਨ ਦ ਕੈਮਰਾ ਟੇਕ ਯੂਰ ਟਾਈਮ ਟੂ ਐਡਵਾਈਸ ਦ ਬੋਡੀ। ਸੋ ਜਦੋਂ ਤੁਹਾਨੂੰ ਕੋਈ ਕਹਿੰਦਾ ਕਿ ਸਾਨੂੰ ਐਲਰਜੀ ਆ, ਪਹਿਲੀ ਤਾਂ ਗੱਲ ਆ ਇਜ਼ ਪਲੀਜ਼ ਟੇਕ ਇਟ ਸੀਰੀਅਸਲੀ ਬਿਕਾਜ਼ ਐਲਰਜੀਜ਼ ਉਹ ਨਹੀਂ ਆ ਕਿ ਤੁਸੀਂ ਥੋੜ੍ਹਾ ਜਿਹਾ ਖਾ ਸਕੋ ਅਤੇ ਤੁਸੀਂ ਠੀਕ ਹੋ ਜਾਓਗੇ ਜਾਂ ਤੁਹਾਡੀ ਬੋਡੀ ਯੂਜ਼ ਟੂ ਹੋ ਜੂਗੀ। ਐਲਰਜੀਜ਼ ਕਾਫੀ ਸੀਰੀਅਸ ਆ ਅਤੇ ਲਾਈਕ ਆਈ ਸੈਡ ਟੂ ਯੂ ਕਿ 15 ਮਿੰਟਾਂ ਦੇ ਵਿੱਚ ਕਿਸੇ ਦੀ ਜਾਨ ਜਾ ਸਕਦੀ ਆ। ਸੈਕੰਡਲੀ ਇਜ਼ ਕਿ ਜਦੋਂ ਤੁਸੀਂ ਕਿਸੇ ਕੋਲੇ ਕੋਈ ਤੁਹਾਨੂੰ ਦੱਸਦਾ ਆ, ਬੀ ਮਾਈਂਡਫੁਲ ਕਿ ਮੇਰੇ ਹੱਥ ਸਾਫ਼ ਆ ਜਾਂ ਮੈਂ ਕੁਛ ਖਾਧਾ ਆ ਕਿ ਇਸ ਇਨਸਾਨ ਨੂੰ ਐਲਰਜੀ ਆ। ਅਤੇ ਜੇ ਤੁਹਾਡੇ ਆਪਦੇ ਬੱਚਿਆਂ ਨੂੰ ਐਲਰਜੀ ਆ ਤਾਂ ਮੇਕ ਸ਼ੋਰ ਕਿ ਤੁਹਾਡੇ ਕੋਲ ਸਾਰੀਆਂ ਦਵਾਈਆਂ ਤੁਹਾਡੇ ਕੋਲ ਆ, ਜਿਹੜੀ ਐਂਟੀਹਿਸਟਾਮੀਨ ਹੋ ਗਈ, ਤੁਹਾਡੇ ਐਪੀਪੈਨਸ ਹੋ ਗਏ, ਤੁਹਾਡੀਆਂ ਕਰੀਮਾਂ ਹੋ ਗਈਆਂ, ਐਂਡ ਮੇਕ ਸ਼ੋਰ ਕਿ ਉਹ ਸਾਰੇ ਡੇਟ ਦੇ ਵਿੱਚ ਆ ਐਂਡ ਯੂ ਫੋਲੋ ਦ ਫੁੱਲ ਪ੍ਰੋਟੋਕੋਲ on how to use those medications। And secondly, I would say that there's haje koi cure nahi for allergies, and even je thonu nahi hagiyan, learning ke inna de symptoms ki it can protect you as well, kyunki allergies at any time life de vich develop ho sakdi a। te je thonu koi symptom hage then ਉਹ symptoms ਤੁਸੀਂ ਲਿਖ ਸਕਦੇ ਹੋ ਡਾਇਰੀ ਦੇ ਵਿੱਚ and then go to your GP, have an appointment ਤੇ ਉਹਨਾਂ ਨਾਲ ਗੱਲ ਕਰਕੇ see ਕਿ ਜੇ ਤੁਹਾਨੂੰ allergy clinic ਵਿੱਚ referral ਮਿਲਦੀ ਆ and then on a one-to-one basis work with your allergy specialist। Great। ਬਹੁਤ interesting ਹੈ because honestly
मैं जिद्दां पहला मेरी नीज का नाम लिखिया, यू नो, आई एम सो इंप्रैस्ड कि बड़ा अच्छा काम कर रही है, पर मन कभी मौका, यू नो, व्हेन यू गो तुसी होर ही इधरली उधरली गल्लां करदे रहे हो, बट आई हैड अ चांस टू सिट लाइक दिस एंड टॉक टू हर। बहुत इंपॉर्टेंट काम है जो करती है, वेरी नाइस, बिकॉज इन्ने बच्चे पढ़े लिखे हैगे ने, दे मस्ट ਜਿਹੜਾ ਤੁਹਾਡਾ ਆਪਣਾ ਐਕਸਪੀਰੀਅੰਸ ਹੈਗਾ ਤੁਸੀਂ ਨਾ ਲੋਕਾਂ ਨਾਲ ਸ਼ੇਅਰ ਕਰੋ ਪਲੀਜ਼, ਕਿਸੇ ਦੀ ਲਾਈਫ ਬੱਚੇ ਕਿਸੇ ਨੂੰ ਨੌਲੇਜ ਮਿਲੇ ਨਾ, ਐਟਲੀਸਟ ਤੁਸੀਂ ਉਹ ਤਾਂ ਸ਼ੇਅਰ ਕਰ ਸਕਦੇ ਹੋ ਨਾ। ਹਾਂਜੀ ਹੈ ਆਪਣਾ ਮਤਲਬ ਚਰਮੀ ਜੋ ਗੱਲਾਂ ਗੱਲਾਂ 'ਚ ਮੇਰੇ ਆਪਣੇ ਦਿਮਾਗ ਹੋਰ ਪਾਸੇ ਚਲੇ ਜਾਂਦਾ। ਇਹ ਤੁਸੀਂ ਮਾਂ ਜੇ ਕਿਸੇ ਫੈਮਿਲੀ ਦੇ ਵਿੱਚ ਹੈਗੀ ਇਹ ਪ੍ਰੋਬਲਮ, ਮਾਂ ਦੇ ਵਿੱਚ ਜਾਂ ਫੈਮਿਲੀ ਦੇ ਵਿੱਚ, ਬੱਚੇ ਨੂੰ ਉਹ ਇਨਹੈਰਿਟ ਕਰ ਸਕਦਾ? ਹੋ ਸਕਦੀ ਹੈ, ਬਿਕਾਜ਼ ਫਿਰ ਉਹ what they say is ਕਿ ਜੇ ਮਮ ਨੂੰ ਐਸਮਾ ਆ ਜਾਂ ਡੈਡ ਨੂੰ ਐਸਮਾ ਆ ਤਾਂ ਫਿਰ ਉਹ ਆਲਰੇਡੀ ਬੱਚੇ ਨੂੰ ਹੋ ਸਕਦੀ ਹੈ, ਬਿਕਾਜ਼ ਇਟਸ ਵਿਦਿਨ ਦ ਜੀਨ। ਮੈਨੂੰ ਇਹ ਚੀਜ਼ ਦਾ ਵੀ ਬੜਾ ਦੁੱਖ ਹੁੰਦਾ ਬੱਚੇ ਨੂੰ ਪੈਸਾ ਇਨਹੈਰਿਟ ਕਰੇ ਨਾ ਕਰੇ, ਬਿਮਾਰੀਆਂ ਹੋ ਜਾਂਦੀਆਂ। ਯੂ ਨੋ ਵਾਟ ਆਈ ਮੀਨ? ਹਾਂਜੀ, ਪੈਸਾ ਤਾਂ ਹੀ ਮਿਲੇਗਾ ਜੇ ਉਹਨਾਂ ਪਾਸ ਹੈਗਾ ਆ, ਪਰ ਬਿਮਾਰੀਆਂ ਤੇ ਤਾਂ ਕਮੀ ਨਹੀਂ ਹੈਗੀ। ਜਿੱਦਾਂ ਮੈਂ ਪਹਿਲਾਂ ਕਹਿ ਕੇ ਹਟਿਆ, ਬਲੱਡ ਪ੍ਰੈਸ਼ਰ ਹੋਇਆ, ਡਾਇਬੀਟਿਸ ਹੋਇਆ, ਕੋਲੈਸਟਰੋਲ ਹੋਇਆ, ਇੱਦਾਂ ਦੀਆਂ ਬਿਮਾਰੀਆਂ ਖਾਣ ਪੀਣ ਦੇ ਵੀ ਬਹੁਤ ਹੁੰਦੀਆਂ। ਬੰਦਾ ਕਹਿ ਦਿੰਦਾ ਇੱਕ ਬੜੀ ਕਾਮਨ ਗੱਲ ਹੁੰਦੀ ਹੈ ਸਾਡੇ, ਬਹੁਤ ਕਾਮਨ, ਅਸੀਂ ਨਾ ਬਹੁਤ ਅਨਪੜ੍ਹ ਜਿਹੀ ਗੱਲ ਹੈਗੀ ਆ, GP ਦੀ ਲਾਈਫ ਈਜ਼ੀ ਕਰ ਦਿੰਦੇ ਹਾਂ। ਤੁਸੀਂ ਜਾਣਦੇ ਹੋ GP ਪਾਸ, ਡਾਕਟਰ ਜੀ ਮੈਂ ਰਾਤੀ ਸੌ ਨਹੀਂ ਪਾਇਆ, ਮੇਰਾ ਪੇਟ ਬੜਾ ਦਰਦ ਹੋ ਰਿਹਾ ਸੀਗਾ, ਮੈਂ ਰਾਤੀ ਛੋਲੇ ਖਾ ਲਏ। No, he doesn't have to diagnose, because ਤੁਸੀਂ ਉਹਨੂੰ ਆਪ ਹੀ ਪਹਿਲਾਂ ਦੱਸ ਦਿੱਤਾ ਹੈ, ਉਹਨੇ ਫਟਾਫਟ ਤੁਹਾਨੂੰ ਦਵਾਈ ਦੇ ਦੇਣੀ ਹੈ, ਜਾ ਕੇ ਤੁਸੀਂ ਇਹ ਖਾ ਲਵੋ। ਪਰ ਹਾਊ ਡੂ ਯੂ ਨੋ ਕਿ ਛੋਲਿਆਂ ਨੇ ਕੀਤਾ ਹੈ? ਬਿਕਾਜ਼ ਤੁਸੀਂ ਕਿਉਂਕਿ ਜੇ ਤੁਸੀਂ ਧਿਆਨ ਦੇਵੋ ਨਾ ਕਿ ਤੁਸੀਂ ਕੀ ਖਾਂਦੇ ਹੋ, ਤੇ ਫਿਰ ਯੂ ਨੋ ਕਿ ਉਹ ਚੀਜ਼ ਮੈਨੂੰ ਟਰਬਲ ਕਰਦੀ ਆ, ਫਿਰ ਯੂ ਕੈਨ ਰਿਮੂਵ ਦੈਟ ਫਰੋਮ ਯੋਰ ਡਾਇਟ ਇੱਕ ਹਫ਼ਤਾ ਲਈ, ਐਂਡ ਯੂ ਵਿਲ ਸੀ ਕਿ ਕਿੰਨਾ ਫਰਕ ਪੈ ਜਾਂਦਾ ਆ। ਪਰ ਜੇ ਇਹ ਗੱਲ ਮੈਂ ਹਮੇਸ਼ਾ ਨਾ ਸ਼ੋਅ ਕਰਦਾ, ਮੇਰਾ ਮੈਡੀਕਲ ਸ਼ੋਅ ਹੁੰਦਾ ਟੁਮਾਰੋ ਮਾਰਨਿੰਗ 11 ਵਜੇ ਡਾਕਟਰ ਰਾਜ ਬੇਂਸ ਦੇ ਨਾਲ, ਉਹ ਵੀ ਪਲੀਜ਼ ਜ਼ਰੂਰ ਦੇਖਿਓ, ਬਹੁਤ ਇੰਟਰਸਟਿੰਗ। ਯੂ ਨੋ ਜਦੋਂ ਤੁਸੀਂ ਇੱਦਾਂ ਦੀ ਗੱਲਾਂ ਕਰਦੇ ਹੋ, ਬਿਮਾਰੀਆਂ ਦੀਆਂ ਗੱਲਾਂ ਕਰਦੇ ਹੋ, ਇਹ ਚੀਜ਼ਾਂ ਜਿਹੜੀਆਂ ਨਾ ਬੰਦਾ ਇੰਨੀ ਛੇਤੀ ਪਕੜਦਾ ਹੈ। ਬੋਡੀ ਜਿਹੜੀ, ਮੈਂ ਹੁਣ ਬੋਡੀ ਦੀ ਗੱਲ ਕਰਾਂ, ਦਿਸ ਇਜ਼ ਵਾਟ ਆਈ ਵਾਂਟਡ ਟੂ ਸੇ, ਇਟਸ ਸੋ ਕਲੈਵਰ। ਤੁਸੀਂ ਅਗਰ ਆਪਣੀ ਬੋਡੀ ਨੂੰ ਨਹੀਂ ਜਾਣਦੇ, ਤੁਸੀਂ ਹੋਰ ਕੀ ਜਾਣੋਗੇ? ਐਂਡ ਉਹੀ ਆ, ਯੂ ਹੈਵ ਟੂ, ਉਹ ਦੱਸਦੀ ਹੈ ਨਾ ਤੁਹਾਨੂੰ, ਯੂਰ ਬੋਡੀ ਟਾਕਸ ਟੂ ਯੂ, ਇਟ ਟਾਕਸ ਟੂ ਯੂ। ਜੇ ਤੁਸੀਂ ਧਿਆਨ ਦੇਵੋ ਐਂਡ ਯੂ ਸੀ ਕਿ ਮੇਰੀ ਬੋਡੀ ਕੀ ਕਹਿੰਦੀ ਆ, ਯੂਰ ਬੋਡੀ ਟਾਕਸ ਟੂ ਯੂ, ਯੂਰ ਇਨ ਟਿਊਨ ਵਿਦ ਯੂਰ ਬੋਡੀ, ਫਿਰ ਤੁਸੀਂ ਕਰ ਸਕਦੇ ਹੋ ਕਿ ਓਕੇ ਯੂ ਨੋ ਵਾਟ, ਮੈਂ ਆਹ ਖਾਧਾ ਆ ਤੇ ਮੇਬੀ ਇਹਦੇ ਨਾਲ ਮੈਨੂੰ ਥੋੜ੍ਹੀ ਜਿਹੀ ਯੂ ਨੋ ਬਲੋਟਿੰਗ ਹੁੰਦੀ ਆ, ਜਾਂ ਮੈਨੂੰ ਯੂ ਨੋ ਕਨਸਟੀਪੇਸ਼ਨ ਹੋ ਜਾਂਦੀ ਆ, ਮੈਂ ਵੀ ਹਫ਼ਤਾ ਕੱਢ ਕੇ ਦੇਖਦੀ ਹਾਂ ਫਰੋਮ ਮਾਈ ਡਾਇਟ ਐਂਡ ਸੀ ਕਿ ਕੀ ਹੁੰਦਾ ਆ। ਮੈਂ ਨਾ ਇੱਕ ਸਟੇਟਮੈਂਟ ਕਰਨਾ, ਅਗੇਨ ਮੈਂ ਬੜਾ ਕੇਅਰਫੁਲ ਨਾ, ਮੈਂ ਇੱਦਾਂ ਨਹੀਂ ਕਿ ਤੁਸੀਂ ਬੜਾ ਸੀਰੀਅਸ ਲਿਓ, ਕੋਈ ਬਿਮਾਰੀ ਨਹੀਂ ਜੋ ਅਚਾਨਕ ਹੁੰਦੀ ਹੈ, ਈਵਨ ਹਾਰਟ ਅਟੈਕ ਤੱਕ, ਕਿਉਂਕਿ ਬੰਦਾ ਕਹਿੰਦਾ ਜੀ ਅਚਾਨਕ ਨਹੀਂ ਹੋਇਆ, ਤੁਸੀਂ ਕੁਝ ਗਲਤ ਕਰਦੇ ਆਏ ਹੋ ਨਾ, ਹੈ ਤੁਹਾਡੀ ਬੋਡੀ ਨੂੰ ਤੁਸੀਂ ਮਿਸਟ੍ਰੀਟ ਕਰਦੇ ਹੋ, ਤੁਸੀਂ ਕੋਈ ਡਾਈਟ ਇੱਦਾਂ ਦੀ ਕਰਦੇ ਆਏ ਹੋ, ਕੋਈ ਖਾਂਦੇ ਪੀਂਦੇ ਹੋ, ਕੋਈ ਬੇਬੀ ਕੋਈ ਲਿਕਰ, ਕੋਈ ਐਲਕੋਹਲ ਪੀਂਦਾ ਹੈਗਾ, ਬੜਾ ਕੋਈ ਸਮੋਕ ਕਰਦੇ ਨੇ ਲੋਕ, ਜਿੱਦਾਂ ਆਪਣੇ ਦੂਸਰੇ ਵਾਈਡਰ ਕਮਿਊਨਿਟੀ ਹੈਗੀ ਆ, ਜੋ ਵੀ ਤੁਹਾਡੀ ਬੋਡੀ ਨੂੰ ਤੁਸੀਂ ਮਿਸਯੂਜ਼ ਕਰਦੇ ਹੋ, ਬੜੇ ਸਾਲਾਂ ਦਾ ਉਹਨੂੰ ਡੈਮੇਜ ਪਹੁੰਚਾ ਕੇ ਫਿਰ ਤੁਹਾਨੂੰ ਲੱਗਦਾ ਇੱਕਦਮ ਹੋ ਗਈ ਬਿਮਾਰੀ, ਇੱਕਦਮ ਨਹੀਂ ਹੁੰਦੀ ਕਦੀ। ਨਹੀਂ, ਇਹ ਓਬਵੀਅਸਲੀ ਗ੍ਰੈਜੂਅਲੀ ਹੁੰਦੀ। ਤੇ ਹੁਣ ਆਪਾਂ ਦੇਖੀਏ ਵੀ, ਆਪਾਂ ਜੋ ਖਾਂਦੇ ਹਾਂ ਹੁਣ, ਆਪਾਂ ਬਹੁਤ ਪ੍ਰੋਸੈਸ ਫੂਡਸ ਖਾਂਦੇ ਹਾਂ, ਕਿਉਂਕਿ ਹੁਣ ਲਾਈਫ ਇੰਨੀ ਬਿਜ਼ੀ ਹੋ ਗਈ ਆ, ਲਾਈਕ ਐਵਰੀਵਨ ਵਰਕਸ, ਤੇ ਸਾਰਿਆਂ ਨੂੰ ਲਾਈਕ ਕੁਇਕ ਫੂਡ ਚਾਹੀਦਾ ਆ ਕਿ ਮੈਂ ਮਾਈਕ੍ਰੋਵੇਵ ਦੇ ਵਿੱਚ ਕੀ ਗਰਮ ਕਰ ਸਕੇ ਖਾ ਸਕਦੇ ਹਾਂ। ਐਂਡ ਜੋ ਤੁਸੀਂ ਪ੍ਰੋਸੈਸ ਫੂਡਸ ਖਾਂਦੇ ਹੋ ਜਾਂ ਅਲਟਰਾ ਪ੍ਰੋਸੈਸ ਫੂਡਸ ਖਾਂਦੇ ਆ, ਉਹ ਤੁਹਾਡੇ ਗੱਟ ਲਈ ਵਧੀਆ ਨਹੀਂ ਆ, ਇਟਸ ਡੈਮੇਜਿੰਗ ਇਟ ਈਵਨ ਮੋਰ। ਐਂਡ ਯੂ ਨੋ ਹੁਣ ਐਸ਼ ਨੂੰ ਐਲਰਜੀਜ਼ ਹੈਗੀਆਂ, ਬਟ ਸਾਨੂੰ ਐਵਰੀ ਡੇ 3 ਵਾਰੀ ਵੀ ਕੁਕ ਐਟ ਹੋਮ, ਅਸੀਂ ਬਾਹਰ ਨਹੀਂ ਬਹੁਤਾ ਖਾ ਸਕਦੇ ਹੈਗੇ, ਕਿਉਂਕਿ ਜੋ ਰੈਸਟੋਰੈਂਟਸ ਵੀ ਜਾਈਦਾ ਆ, we have to make sure ਕਿ ਉਹ ਕੁਕ ਕਰ ਸਕਦੇ ਆ ਐਕਚੁਅਲੀ ਸੇਫਲੀ। there's only 3 restaurants that we go to ਕਿ ਸਾਨੂੰ ਪਤਾ ਕਿ ਐਕਚੁਅਲੀ ਸੇਫ ਆ, ਬਿਕਾਜ਼ ਜਦੋਂ ਰੈਸਟੋਰੈਂਟਸ ਵੀ ਕੁਕ ਕਰਦੇ ਆ, ਹੁਣ ਜਿੱਦਾਂ ਕਿ ਯੂ ਨੋ ਜੇ ਉਹਨਾਂ ਨੇ ਕੋਈ ਚਿਕਨ ਫਰਾਈ ਕਰਨਾ ਤੇ ਉਹਦੇ ਵਿੱਚ ਆਟਾ ਆ, ਦੁੱਧ ਆ, they'll use it in the same fryer to cook some other food, ਫਿਰ ਉਹ cross contamination ਹੋ ਜਾਂਦੀ ਆ। And this is the other thing, you have to be really careful of cross-contamination in food, because the tiniest bit of contamination is enough to create that severe allergic reaction. How can people help? People can help by, one, understanding ke allergies ki a and kinniya serious a, and change the mindset ke kidda ho perceive karde a allergies nu, because jado kisi nu hundi a, only that person knows ਕਿ ਉਹ 'ਤੇ ਕੀ ਬੀਤਦੀ ਆ, ਬਿਕਾਜ਼ ਉਹ ਪਰਸਨ ਜਦੋਂ
ਬਾਹਰ ਸਟੈਪ ਕਰਦਾ ਆ ਉਹ ਸਿਰਫ ਇਹੀ ਸੋਚਾਂ ਮੈਂ ਕਿੱਦਾਂ ਸੇਫ ਰਵਾਂ ਕਿ ਮੈਨੂੰ ਕੋਈ ਮੈਂ ਕੰਟੈਕਟ ਨਾ ਆਵਾਂ ਇਨ ਦਾ ਐਲਰਜੀ ਸੈਕੰਡਲੀ ਆ ਕਿ ਜੇ ਤੁਸੀਂ ਯੂ ਕੈਨ ਆਸਕ ਦੈਟ ਪਰਸਨ ਆਪਾਂ ਹੁਣ ਜਦੋਂ ਆਪਾਂ ਗੱਲਾਂ ਕਰਦੇ ਹਾਂ ਵੀ ਕੈਨ ਸੇ ਕਿ ਤੁਹਾਨੂੰ ਕੋਈ ਐਲਰਜੀਜ਼ ਤਾਂ ਨਹੀਂ ਆ ਐਂਡ ਦੈਟ ਪਰਸਨ ਵਿਲ ਟੈਲ ਯੂ ਜੇ ਉਹ ਕਹੋਗੇ then learn ਕਿ ਤੁਸੀਂ ਉਹਨਾਂ ਲਈ ਕਿੱਦਾਂ ਕੁੱਕ ਕਰ ਸਕਦੇ ਹੋ ਫਿਰ ਜਿੱਦਾਂ ਕਿ ਐਗਜ਼ਾਮਪਲ ਆ ਕੇ ਹੁਣ ਜਦੋਂ ਸਾਡੇ ਫਰੈਂਡ ਐਸ਼ਲੀ ਕੁੱਕ ਕਰਦੇ ਆ ਉਹ ਸਿਰਫ ਉਹੀ ਫੂਡ ਬਣਾਓਗੇ ਜਿਹਦੇ 'ਚ ਉਹਦੇ ਐਲਰਜਨਸ ਨਹੀਂ ਆ ਐਂਡ ਦੇ ਕੰਪਲੀਟਲੀ ਸੇਫ ਫਿਰ ਦੇਖਣਾ ਲਾਈਕ ਹੱਥ ਧੋ ਕੇ ਪਹਿਲੋਂ ਬਿਫੋਰ ਯੂ ਟੱਚ ਐਨੀ ਫੂਡ ਜੋ ਤੁਸੀਂ ਕਿਸੇ ਲਈ ਕੁੱਕ ਕਰਦੇ ਹੋ ਸਾਰਾ ਸਰਫੇਸ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਕੁੱਕ ਕਰਨਾ ਸੋ ਦੇ ਸੋ ਮੈਨੀ ਥਿੰਗਸ ਕਿ ਤੁਸੀਂ ਕਰ ਸਕਦੇ ਹੋ ਬਟ ਇਟ ਰਿਕੁਆਇਰਸ ਵਰਕ ਇਟਸ ਹਾਰਡ ਵਰਕ ਪਰ ਜਿਹੜਾ ਸਾਰਾ ਸਿਸਟਮ ਉਹ ਹੈਗਾ ਨਾ ਸਫਾਈ ਦਾ ਇਹ ਕੋਵਿਡ ਤੋਂ ਸਟਾਰਟ ਹੋਇਆ ਪਹਿਲਾਂ ਤਾਂ ਕੋਈ ਇਹ ਚੀਜ਼ਾਂ ਦਾ ਬੰਦਾ ਧਿਆਨ ਨਹੀਂ ਸੀ ਦਿੰਦਾ ਇਹਦੇ ਉੱਪਰ ਦਿਸ ਇਜ਼ ਵੇਅਰ ਵੀ ਸਟਾਰਟਡ ਫਰੋਮ ਔਰ ਉਮੀਦ ਰੱਖਦਾ ਜਿਹੜਾ ਹੁਣ ਅਸੀਂ ਕੋਵਿਡ ਤੋਂ ਸਟਾਰਟ ਕੀਤਾ ਇਹ ਕੰਟੀਨਿਊ ਹੋਣਾ ਚਾਹੀਦਾ ਬਿਕੋਜ਼ ਬਿਮਾਰੀਆਂ ਤਾਂ ਉੱਥੇ ਹੀ ਨੇ ਨਾ ਦੇ ਸਟਿਲ ਦੇਅਰ ਐਗਜ਼ੈਕਟਲੀ ਹੁਣ ਜਦੋਂ ਕੋਵਿਡ ਹੋਇਆ ਸੀ ਇੱਕ ਕਿਸਮ ਦਾ ਐਲਰਜੀ ਕਮਿਊਨਿਟੀ ਲਈ ਇੱਕ ਸੇਫਟੀ ਸੀਗੀ ਬਿਕਾਜ਼ ਉਹਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਸੀਗੀ ਉਹਨਾਂ ਨੂੰ ਆਪਦੇ ਬੱਚਿਆਂ ਨੂੰ ਸਕੂਲੇ ਭੇਜਣ ਦੀ ਲੋੜ ਨਹੀਂ ਸੀਗੀ ਬਿਕਾਜ਼ ਦੈਟ ਚਾਈਲਡ ਵਾਸ ਸੇਫ ਐਟ ਹੋਮ ਵਿਦ ਦ ਪੇਰੈਂਟ ਐਂਡ ਯੂ ਵੁੱਡ ਥਿੰਕ ਕਿ ਹੁਣ ਜਦੋਂ ਹੱਥ ਜੋ ਸਾਰੇ ਆਏ ਸੀਗੇ ਰੂਲਸ ਕੇ ਹੱਥ ਧੋਣਾ ਦੇਰ ਵਾਸ ਦਿਸ ਰਿਲੀਫ ਕਿ ਐਟ ਲੀਸਟ ਹੁਣ ਲੋਕੀ ਉਸ ਹੈਬਿਟ ਦੇ ਵਿੱਚ ਆ ਜੂਗੇ ਟੂ ਵਾਸ਼ ਦੇਅਰ ਹੈਂਡਸ ਆਲ ਦ ਟਾਈਮ ਜੇ ਲੈਸ ਦੈਨ 30 seconds I'm sure there are a lot of people you want to thank who've been in your life as a sport. ਕਿਸੇ ਨੂੰ ਤੁਸੀਂ thank you ਕਹਿਣਾ ਚਾਹੁੰਦੇ ਹੋ? I want to say thank you to my husband, first of all, who has supported me up until now. ਕਿ ਜੇ ਮੇਰੀ ਉਹਨਾਂ ਦੀ support ਨਹੀਂ ਹੁੰਦੀ then I wouldn't be where I am today. And secondly, my mum and dad, ਕਿ ਜਿਨ੍ਹਾਂ ਨੇ ਮੇਰੇ 'ਚ believe ਕੀਤਾ ਆ like ਉਹ ਵੀ nervous ਹੁੰਦੇ ਆ like ਜਦੋਂ ਮੈਂ ਆਹ ਕੰਮ ਕਰਦੀ ਆ and everything. And everyone, ਜਿਨ੍ਹਾਂ ਨੂੰ ਵੀ ਮੈਂ ਜਾਣਦੀ ਆ who are in my life, thank you so much ਕਿ ਤੁਸੀਂ ਸਾਰਿਆਂ ਨੇ ਮੈਨੂੰ ਸਪੋਰਟ ਕੀਤਾ ਹੈ ਜੇ ਥੈਂਕ ਯੂ ਸੋ ਮਚ ਰੀਅਲੀ ਐਪਰੀਸ਼ੀਏਟ ਤੁਸੀਂ ਆਏ ਹੋ ਐਂਡ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਅੱਛਾ ਲੱਗਿਆ ਹੋਵੇਗਾ ਇੱਕ ਬੜਾ ਅੱਛਾ ਜੋ ਇਹਨਾਂ ਨੇ ਆਪਣੇ ਹਸਬੈਂਡ ਦੀ ਤਾਰੀਫ ਕੀਤੀ ਹੈ ਆਦਮੀ ਦਾ ਤਾਂ ਪਤਾ ਵੀ ਨਹੀਂ ਹੁੰਦਾ ਕੀ ਕਰਦਾ ਨਹੀਂ ਬੜਾ ਵੱਡਾ ਰੋਲ ਪਲੇ ਕਰਦਾ ਲੇਕਿਨ ਉਹ ਬੈਕਗਰਾਊਂਡ 'ਚ ਹੀ ਹੁੰਦਾ ਹੈ ਸ਼ੇਰ ਬਹਾਦਰ ਉਹੀ ਹੁੰਦਾ ਜੋ ਕਿ ਔਰਤ ਨੂੰ ਇੱਕ ਸ਼ੇਰਨੀ ਬਣਾ ਕੇ ਅੱਗੇ ਭੇਜਦਾ ਤਾਂ ਕਿ ਉਹ ਅੱਗੇ ਸਾਰਾ ਕੰਮ ਕਰਦੀ ਹੈ ਹਸਬੈਂਡ ਦਾ ਵੀ ਬੜੇ ਜ਼ਿੰਮੇਵਾਰੀ ਹੁੰਦੀ ਹੈ ਉਮੀਦ ਰੱਖਦਾ ਤੁਹਾਨੂੰ ਸ਼ੋਅ ਅੱਛਾ ਲੱਗੇਗਾ ਆਪਣਾ ਫੀਡਬੈਕ ਦਿਆ ਕਰੋ ਤੇ ਅਗਲੇ ਵੀਕ ਫਿਰ ਮੁਲਾਕਾਤ ਹੋਗੀ ਸੁਬਾਹ ਡਾਕਟਰ ਰਾਜ ਦੇ ਨਾਲ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ